ਹਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਨ ਸੰਗਤ ਜੀ, ਗੁਰੂ ਸਾਹਿਬ ਜੀ ਦੀ ਮਿਹਰ ਦੇ ਨਾਲ ਕਿਰਪਾ ਦੇ ਨਾਲ ਆਪ ਜੀ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਜੁੜ ਕੇ ਬੈਠੇ ਹੋ। ਬੜੀ ਖੁਸ਼ੀ ਹੋ ਰਹੀ ਹੈ। ਲਗਭਗ ਸਵੇਰ ਤੋਂ ਹੀ ਸੰਗਤਾਂ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਆ ਰਹੀਆਂ ਹਨ। ਪਹਿਲਾਂ ਸਵੇਰ ਦੇ ਦੀਵਾਨ ਸੱਜੇ, ਸਵੇਰ ਦੇ ਦੀਵਾਨਾਂ ਵਿੱਚ ਕਥਾ ਵੀ ਹੋਈ। 9ਵੇਂ ਮਹੱਲੇ ਦੇ ਸ਼ਲੋਕਾਂ ਦੀ ਕਥਾ ਦਾ ਭੋਗ ਪਿਆ। ਫਿਰ ਸ਼ਾਮ ਨੂੰ ਕਈ ਦਿਨਾਂ ਤੋਂ ਚੱਲ ਰਹੇ ਸੁਖਮਣੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਏ, ਜਲ ਪਾਣੀ ਵਰਤੇ। ਹੁਣ ਫਿਰ ਸਾਨੂੰ ਗੁਰੂ ਜੀ ਦੀ ਹਾਜ਼ਰੀ ਵਿੱਚ ਬੈਠਣ ਦਾ ਮੌਕਾ ਮਿਲਿਆ ਹੈ। ਸਵੇਰ ਦਾ ਤੀਜੀ ਵਾਰੀ ਸੰਗਤਾਂ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਬੈਠ ਕੇ ਆਨੰਦ ਮਾਣ ਰਹੀਆਂ ਹਨ। ਇੰਨੀ ਵਾਰੀ ਗੁਰੂ ਜੀ ਦੀ ਹਜ਼ੂਰੀ ਵਿੱਚ ਬੈਠਣਾ, ਕਥਾ ਸੁਣਨੀ, ਕੀਰਤਨ ਸੁਣਨਾ, ਪਾਠ ਕਰਨੇ, ਸੇਵਾ ਕਰਨੀ, ਇਹ ਗੁਰੂ ਜੀ ਦੀ ਮਿਹਰ ਦੀ ਨਿਸ਼ਾਨੀ ਹੈ, ਗੁਰੂ ਜੀ ਦੀ ਕਿਰਪਾ ਦੀ ਨਿਸ਼ਾਨੀ ਹੈ। ਗੁਰੂ ਸਾਹਿਬ ਨੇ ਆਪਣੇ ਤੇ ਕਿਰਪਾ ਕੀਤੀ ਹੈ। ਸ਼ਤਾਬਦੀ ਸਮਾਗਮ ਆਪਣੀ ਹਜ਼ੂਰੀ ਵਿੱਚ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹ ਮਨਾਉਣ ਦਾ ਮੌਕਾ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਸੇਵਾ ਗੁਰਮੁਖ ਪ੍ਰੇਮੀ ਦਿਨ ਰਾਤ ਕਰ ਰਹੇ ਹਨ। ਨੌਜਵਾਨ ਸੇਵਾ ਕਰ ਰਹੇ ਹੈ, ਬੱਚੇ ਸੇਵਾ ਕਰ ਰਹੇ ਹੈ। ਮੇਰਾ ਮਨ ਸੀਗਾ ਸੇਵਾ ਦਾ ਪ੍ਰਸੰਗ ਜ਼ਰੂਰ ਸੰਗਤ ਨੂੰ ਸੁਣਾਇਆ ਜਾਵੇ। ਸਵੇਰ ਦੇ ਸਮਾਗਮ ਵਿੱਚ ਵੀ ਬੇਨਤੀ ਕੀਤੀ ਸੀਗੀ। ਇਹ ਸ਼ਤਾਬਦੀਆਂ 400 ਸਾਲਾ ਭਾਗਾਂ ਦੇ ਨਾਲ ਮਿਲਦਾ ਹੈ। ਹੁਣ ਮੌਕਾ ਮਿਲਿਆ ਹੈ, ਡਟ ਕੇ ਭਜਨ ਹੋ ਜੇ, ਸੇਵਾ ਹੋ ਜਾਵੇ। ਨਿਰਾਸ਼ਾਵਾਦੀ ਗੱਲ ਨਹੀਂ ਹੈ, ਪਰ ਸੱਚੀ ਗੱਲ ਇਹ ਹੈ, ਜਦੋਂ ਮਹਾਰਾਜ ਦਾ 450 ਸਾਲਾ ਆਏਗਾ, 500 ਸਾਲਾ ਆਏਗਾ, ਸਾਡੇ ਵਿੱਚੋਂ ਕਈ ਪ੍ਰੇਮੀ ਹੋਣਗੇ, ਕਈ ਕਿਸੇ ਹੋਰ ਰੂਪ ਵਿੱਚ ਹੋਣਗੇ ਜੀ, ਕਿਸੇ ਹੋਰ ਰੂਪ 'ਚ। ਇਸ ਤਰ੍ਹਾਂ ਦਾ ਸੰਜੋਗ ਜਿਹੜਾ ਹੈ, ਪਤਾ ਨਹੀਂ ਇਹ ਮੁੜ ਗੁਰੂ ਜੀ ਦੀ ਮਿਹਰ ਨਾਲ ਮਨੁੱਖਾ ਜਨਮ ਵਿੱਚ ਪ੍ਰਾਪਤ ਹੋਣਾ ਹੈ ਕਿ ਨਹੀਂ ਹੋਣਾ ਜੀ। ਸੇਵਾ ਦਾ ਪ੍ਰਸੰਗ ਹੁਣ ਆਪਾਂ ਸੁਣਨਾ ਹੈ, ਬੜੇ ਧਿਆਨ ਨਾਲ ਸੁਣਨਾ ਹੈ। ਜਿਹੜੇ ਨੌਜਵਾਨ ਬਾਹਰ ਤੁਰੇ ਫਿਰਦੇ ਆ, ਸੇਵਾ ਅਜੇ ਜਲ ਪਾਣੀ ਹੁਣ ਕਥਾ ਤੋਂ ਬਾਅਦ ਹੀ ਵਰਤਣਾ, ਉਹਨਾਂ ਨੂੰ ਵੀ ਬੇਨਤੀ ਪ੍ਰੇਮ ਨਾਲ ਬੈਠ ਕੇ ਮਹਾਰਾਜ ਜੀ ਦੀ ਕਥਾ ਸੁਣੋ ਕੁਝ ਸਮਾਂ। ਸਾਰੀ ਸੰਗਤ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਐ ਗੱਜ ਕੇ ਗੂੰਜਾਂ ਪਾ ਦਿਓ, ਅੰਦਰ ਵੀ ਤੇ ਬਾਹਰ ਵੀ, ਮਨ ਵਿੱਚ ਵੀ
ਤੇ ਬਾਹਰ ਵੀ ਜੀ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਬਹੁਤ ਖੁਸ਼ੀ ਹੋਈ। ਪ੍ਰੇਮੀ ਅਜੇ ਹੁਣੇ ਹੀ ਗਏ ਆ, ਪਾਠਾਂ ਦੇ ਭੋਗ ਪਏ ਆ, ਫਿਰ ਕਥਾ ਸੁਣਨ ਲਈ ਆ ਕੇ ਬੈਠ ਗਏ। ਇਹ ਗੁਰੂ ਜੀ ਦੀ ਮਿਹਰ ਦੀ ਨਿਸ਼ਾਨੀ, ਕਿਰਪਾ ਦੀ ਨਿਸ਼ਾਨੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਬਹੁਤ ਵਿਚਰੇ ਜੀ। ਮਹਾਰਾਜ ਨੇ ਬੜੀ ਯਾਤਰਾ ਕੀਤੀ, ਲੋਕਾਂ ਨੂੰ ਤਾਰਿਆ ਜੀ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬਾਅਦ ਜੇ ਕਿਸੇ ਗੁਰੂ ਨੇ ਜ਼ਿਆਦਾ ਲੰਬੀ ਫੇਰੀ ਤੈਅ ਕੀਤੀ ਹੈ, ਉਹ ਗੁਰੂ ਤੇਗ ਬਹਾਦਰ ਸਾਹਿਬ ਹਨ ਜੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਹੁਤ ਫੇਰੀ ਕੀਤੀ। ਮਹਾਰਾਜ ਨੇ ਬੜਿਆਂ ਨੂੰ ਤਾਰਿਆ। ਮਹਾਰਾਜ ਚਲਦੇ ਚਲਦੇ ਹਰਿਆਣੇ ਦੇ ਵਿੱਚ ਪਹੁੰਚੇ। ਸੱਚੇ ਪਾਤਸ਼ਾਹ ਹਰਿਆਣੇ ਦੇ ਵਿੱਚ, ਉੱਥੇ ਅਸਥਾਨ ਤਮਤਾਨ ਸਾਹਿਬ, ਸੱਚੇ ਪਾਤਸ਼ਾਹ ਉੱਥੇ ਪਹੁੰਚੇ ਆ। ਉੱਥੋਂ ਦੀ ਇਹ ਸਾਖੀ ਹੈ, ਧਿਆਨ ਨਾਲ ਸੁਣਿਓ। ਤੁਹਾਨੂੰ ਸਾਨੂੰ ਸਾਰਿਆਂ ਨੂੰ ਸੇਵਾ ਕਰਨ ਦਾ ਚਾਅ ਪੈਦਾ ਹੋਏਗਾ ਜੀ। ਇਹ ਸ਼ਾਇਦ 2-4 ਸਾਲ ਪਹਿਲਾਂ ਵੀ ਗੁਰੂ ਸਾਹਿਬ ਜੀ ਦੇ ਗੁਰਪੁਰਬ 'ਤੇ ਮੈਂ ਇਹ ਸਾਖੀ ਸੰਗਤ ਨੂੰ ਸੁਣਾਈ ਸੀਗੀ। ਗੁਰੂ ਕਿਰਪਾ ਕਰੇ ਤੁਹਾਨੂੰ ਸੁਣਾਉਂਦਿਆਂ ਸੁਣਾਉਂਦਿਆਂ ਮੇਰਾ ਮਨ ਵੀ ਸੁਣੇ ਜੀ, ਮੇਰਾ ਮਨ ਵੀ ਸੁਣੇ। ਆਖੋ ਸਾਰੇ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਹੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਹੋ ਜੀ ਸਤਨਾਮ ਸ੍ਰੀ ਵਾਹਿਗੁਰੂ। ਦੋਹਰਾ ਰਹੇ ਗ੍ਰਾਮ ਤਮਧਾਨ ਢਿੱਗ, ਨਿਤ ਅਖੇਰ ਬ੍ਰਿਤ ਜਾਏ। ਹਜੂਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਤਮਧਾਨ ਸਾਹਿਬ ਰਹਿੰਦੇ ਆ ਜੀ। ਤਮਧਾਨ ਪਿੰਡ ਦਾ ਨਾਮ ਹੈ, ਅਸਥਾਨ ਬਣਿਆ ਉੱਥੇ ਤਮਧਾਨ ਸਾਹਿਬ। ਤੁਹਾਡੇ ਚੋਂ ਕਈ ਪ੍ਰੇਮੀਆਂ ਦਰਸ਼ਨ ਕੀਤੇ ਹੋਣਗੇ। ਮਹਾਰਾਜ ਉੱਥੇ ਰਹਿ ਰਹੇ ਆ, ਸ਼ਿਕਾਰ ਖੇਡਦੇ ਆ। ਗੁਰੂ ਸਾਹਿਬ ਮਹਾਰਾਜ ਦਾ ਸ਼ਿਕਾਰ ਵੀ ਦੂਜਿਆਂ ਨੂੰ ਜੀਵਨ ਦਿੰਦਾ ਹੈ। ਹਾਂਜੀ। ਕਰਤ ਨਿਹਾਲ ਅਨੇਕ ਕੋ। ਹਜੂਰ ਮਹਾਰਾਜ ਉੱਥੇ ਬਹੁਤ ਪੁਰਸ਼ਾਂ ਨੂੰ ਗੁਰੂ ਤੇਗ ਬਹਾਦਰ ਜੀ ਨਿਹਾਲ ਕਰ ਰਹੇ ਆ, ਉਹਨਾਂ ਤੇ ਰਹਿਮਤਾਂ ਕਰ ਰਹੇ ਆ, ਬਖਸ਼ਿਸ਼ਾਂ ਕਰ ਰਹੇ ਆ। ਹਾਂਜੀ। ਆਮਹਿ ਨਰ ਸਮੁਦਾਏ। ਬਹੁਤ ਸੰਗਤਾਂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆ ਰਹੀਆਂ ਨੇ, ਦਰਸ਼ਨ ਕਰ ਰਹੀਆਂ ਨੇ। ਤਮਧਾਨ ਸਾਹਿਬ ਮੇਲੇ ਲੱਗੇ ਪਏ, ਮੇਲੇ ਜੀ, ਬਹੁਤ ਸੰਗਤ ਆ ਰਹੀ ਹੈ। ਹਾਂਜੀ। ਚੌਪਈ ਮਾਤ ਨਾਨਕੀ ਸਾਥ ਰਹਿਤ ਹੈ। ਗੁਰੂ ਸਾਹਿਬ ਜੀ ਦੇ ਮਾਤਾ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਦਾ ਕੀ ਨਾਮ ਹੈ? ਮਾਤਾ ਨਾਨਕੀ ਜੀ। ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ, ਜਦੋਂ ਬੇਬੇ ਨਾਨਕੀ ਆਵੇ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਭੈਣ ਦਾ ਜ਼ਿਕਰ ਹੈ। ਮਾਤਾ ਨਾਨਕੀ ਆਵੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਦਾ ਜ਼ਿਕਰ ਹੈ ਜੀ। ਮਾਤਾ ਨਾਨਕੀ ਜੀ ਬਜ਼ੁਰਗ ਅਵਸਥਾ ਵਿੱਚ ਹਨ। ਔਰ ਵੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਨੇ ਮਾਤਾ ਨਾਨਕੀ ਜੀ। ਗੁਰੂ ਅਰਜਨ ਦੇਵ ਜੀ ਦੇ ਨੌਂ ਨੇ। ਮਾਤਾ ਨਾਨਕੀ ਜੀ ਆਪਣੇ ਪੁੱਤਰ ਦੇ ਨਾਲ ਹਨ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ। ਹਾਂਜੀ। ਸ਼੍ਰੀ ਗੁਜਰੀ ਨਿਜ ਨੁਖਾ ਸਹਿਤ ਹੈ। ਨਾਲ ਮਾਤਾ ਨਾਨਕੀ ਜੀ ਦੀ ਨੌਂ ਮਾਤਾ ਗੁਜਰੀ ਸਾਹਿਬ ਜੀ, ਉਹ ਹਨ ਜੀ, ਨਾਲ ਨਾਲ ਰਹਿ ਰਹੇ ਆ ਜੀ। ਜਿੱਥੇ ਗੁਰੂ ਜੀ ਨੇ ਜਾਣਾ ਪਰਿਵਾਰ ਨਾਲ ਜਾਂਦਾ ਜੀ। ਹਾਂਜੀ। ਬਹੁਤ ਦਿਵਸ ਡੇਰਾ ਤਹਿ ਰਹਿਓ। ਕਈ ਦਿਨ ਗੁਰੂ ਸਾਹਿਬ ਤਮਧਾਨ ਸਾਹਿਬ ਰਹੇ ਜੀ, ਕਈ ਦਿਨ ਜੀ। ਹਾਂਜੀ। ਮੰਗਲ ਨਿਤ ਆਨੰਦ ਗੁਰ ਲਹਿਓ। ਬਹੁਤ ਆਨੰਦ, ਮੰਗਲ, ਖੁਸ਼ੀਆਂ, ਖੇੜੇ, ਚਾਓ। ਜਿੱਥੇ ਗੁਰੂ ਜੀ ਬੈਠੇ ਹੋਣ ਉੱਥੇ ਵਰਤਣੀਆਂ ਹੀ ਖੁਸ਼ੀਆਂ ਨੇ, ਉੱਥੇ ਵਰਤਣੀਆਂ ਹੀ ਬਰਕਤਾਂ ਨੇ, ਉੱਥੇ ਵਰਤਣੀਆਂ ਹੀ ਮਿਹਰਾਂ ਨੇ ਜੀ। ਹਾਂਜੀ। ਨੰਦ ਲਾਲ ਸੋਹਣੇ ਕੋ ਨੰਦ। ਨੰਦ ਲਾਲ ਇੱਕ ਸਿੱਖ ਦਾ ਨਾਮ ਹੈ। ਇੱਕ ਨੰਦ ਲਾਲ 10ਵੇਂ ਪਾਤਸ਼ਾਹ ਦੇ ਸਮੇਂ ਹੋਏ ਨਾ ਜੀ। ਇੱਕ ਨੰਦ ਲਾਲ ਹੈ ਭਾਈ ਸੋਹਣੇ ਦਾ ਪੁੱਤਰ ਜੀ। ਹਾਂਜੀ। ਗੁਰ ਗ੍ਰਹਿ ਸੇਵਾ ਲਗਿਓ ਬਿਲੰਦ। ਉਹ ਰੰਗਿਆ ਗਿਆ ਜੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰ ਕਰਕੇ। ਗੁਰੂ ਘਰ ਵਿੱਚ ਰਹਿਣਾ, ਸੇਵਾ ਬੜੀ ਕਰਨੀ ਜੀ। ਹਾਂਜੀ। ਚੇਤਾ ਰੱਖਿਓ,
ਸੇਵਾ ਕਰਕੇ ਤੇ ਬੰਦਾ ਕੁਝ ਖੱਟ ਲੇਗਾ, ਵਿਹਲੇ ਬਹਿ ਕੇ ਨਹੀਂ ਤੇ ਬੰਦਾ ਕੁਝ ਖੱਟ ਸਕਦਾ ਜੀ। ਤੇ ਮੈਨੂੰ ਮਾਫ ਕਰਿਓ, ਸੇਵਾ ਕਰਨੀ ਜਿਹੜੀ ਹੈ ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ ਜੀ। ਸੇਵਾ ਕਰਦੇ ਜੀ, ਸੇਵਾ ਜੀ। ਹਾਂਜੀ, ਮੇਹਾ ਨਾਮ ਤਸੀ ਕੋ ਹੈ। ਉਹਨਾਂ ਦਾ ਨਾਮ ਹੈ ਭਾਈ ਮੇਹਾ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਭਾਈ ਮੇਹਾ ਜੀ ਬੜੇ ਪਿਆਰ ਨਾਲ ਸੇਵਾ ਕਰਦੇ, ਬਹੁਤ ਪ੍ਰੇਮ ਨਾਲ ਸੇਵਾ ਕਰਦੇ ਜੀ। ਹੁਣ ਸੇਵਾ ਤੇ ਅਸੀਂ ਵੀ ਕਰਦੇ ਜੀ, ਫਰਕ ਹੈਗਾ ਜੀ। ਹਾਂਜੀ, ਆ ਨਿਆਣੇ ਸੇਵਾ ਕਰਦੇ, ਚਲੋ ਅਜੇ ਨਿਆਣੇ ਆ ਜੀ, ਢਾਣੀ ਬਣਾ ਕੇ ਬਹਿ ਜਾਣਗੇ ਜੀ। ਹਾਂਜੀ, ਤੇ ਜਦੋਂ ਢਾਣੀ ਬਣਾ ਕੇ ਬਹਿ ਜਾਂਦੇ ਫਿਰ ਚੇਤਾ ਹੀ ਭੁੱਲ ਜਾਂਦਾ ਵੀ ਥੱਲੇ ਕੁਝ ਵਰਤਾਉਣ ਵਾਲਾ ਵੀ ਹੈਗਾ ਜੀ। ਭਾਈ ਮੇਹਾ ਜੀ ਸੇਵਾ ਕਰਦੇ ਆ ਬੜੇ ਧਿਆਨ ਨਾਲ ਜੀ। ਸੁਣਿਓ, ਸੇਵਾ ਕਰਨ ਵਾਲੇ ਬੰਦੇ ਦੀ ਅਵਸਥਾ ਕੀ ਬਣਦੀ ਹੈ ਜੀ। ਮੈਂ ਵੇਖੇ ਜੀ ਇਹੋ ਜਿਹੇ ਬੰਦੇ ਜੀ, ਭਾਈ ਮੇਹਾ ਜੀ ਵਰਗੇ ਜੀ। ਹਾਂਜੀ, ਸੇਵਾ ਅਧਿਕ ਸੇਵ ਤੋ ਰਹਿ। ਬਸ ਬੜੀ ਸੇਵਾ ਕਰਨੀ ਜੀ, ਬੜੀ ਸੇਵਾ ਕਰਨੀ ਜੀ। ਭਾਈ ਮੇਹੇ ਦਾ ਨਾਮ ਮੇਹਾ ਪਤਾ ਕਿਉਂ ਪਿਆ ਸੀ? ਜਦੋਂ ਸੰਗਤਾਂ ਨੇ ਆਉਣਾ, ਰਾਹ ਉਦੋਂ ਕੱਚੇ ਹੁੰਦੇ ਸੀਗੇ, ਮਿੱਟੀ ਘੱਟਾ ਬਹੁਤ ਉੱਡਦਾ ਸੀਗਾ। ਭਾਈ ਮੇਹਾ ਜੀ ਨੇ ਸੰਗਤ ਦੇ ਆਉਣ ਦਾ ਜਿਹੜਾ ਰਸਤਾ ਸੀ ਨਾ, ਉੱਥੇ ਪਾਣੀ ਤਰੋਂਕ ਕੇ ਰੱਖਣਾ ਜੀ। ਇਸ ਤਰੀਕੇ ਨਾਲ ਪਾਣੀ ਤਰੋਂਕਣਾ, ਮਹਾਰਾਜ ਲੰਘ ਰਹੇ ਗੁਰੂ ਤੇਗ ਬਹਾਦਰ ਸਾਹਿਬ, ਮਹਾਰਾਜ ਕਹਿਣ ਲੱਗੇ ਇਉਂ ਲੱਗਦਾ ਜਿਵੇਂ ਮੀਂਹ ਪਿਆ ਹੈ, ਇਉਂ ਲੱਗਦਾ। ਮਹਾਰਾਜ ਕਹਿੰਦੇ ਕਿੰਨੇ ਕੀਤਾ? ਕਹਿਣ ਲੱਗੇ ਜੀ ਨੰਦ ਲਾਲ ਨੇ ਸੇਵਾ ਕੀਤੀ। ਮਹਾਰਾਜ ਕਹਿੰਦੇ ਨੰਦ ਲਾਲ ਨਹੀਂ, ਇਹ ਜਿੱਥੇ ਜਾਂਦਾ ਪਾਣੀ ਦਾ ਮੀਂਹ ਲੈ ਆਉਂਦਾ ਹੈ, ਇਹਦਾ ਨਾਮ ਮੀਆਂ ਰੱਖ ਦੇਣਾ। ਕਹਿਣ ਲੱਗੇ ਤੇ ਮੀਂਹੇ ਤੋਂ ਭਾਈ ਮੇਹਾ ਜੀ ਨਾਮ ਪੈ ਗਿਆ ਜੀ। ਹਾਂਜੀ, ਤਹਿ ਜਲ ਹੁਤੋ ਦੂਰ ਤੇ ਲਿਆਵਨ। ਧਮਧਾਨ ਸਾਹਿਬ ਦੇ ਇਲਾਕੇ ਦੇ ਵਿੱਚ ਪਾਣੀ ਨਹੀਂ ਸੀ ਕਿਤੇ ਹੈਗਾ ਜੀ, ਦੂਰ ਤੋਂ ਪਾਣੀ ਲਿਆਉਣਾ ਪੈਂਦਾ ਸੀਗਾ ਜੀ, ਦੂਰ ਤੋਂ ਜੀ। ਹਾਂਜੀ, ਸਿਰ ਧਰ ਢੋਵਤ ਚਹਿ ਮਨ ਪਾਵਨ। ਫਿਰ ਉਸ ਸਮੇਂ ਘੜਿਆਂ ਦੇ ਵਿੱਚ ਪਾਣੀ ਲੈ ਕੇ ਆਉਣਾ, ਗਾਗਰਾਂ ਵਿੱਚ ਪਾਣੀ ਲੈ ਕੇ ਆਉਣਾ, ਸਿਰ ਤੇ ਢੋਣਾ ਜੀ। ਇਸ ਸੇਵਾ ਨੂੰ ਗੁਰਬਾਣੀ 'ਚ ਜ਼ਿਕਰ ਕੀਤਾ ਜੀ। ਪੱਖਾ ਫੇਰੀ ਪਾਣੀ ਢੋਵਾਂ, ਹਰ ਜਨ ਕੈ ਪੀਸਣ ਪੀਸ ਕਮਾਵਾਂ। ਪੱਖਾ ਫੇਰਨਾ, ਪੱਖਾ ਝੱਲਣਾ ਤੇ ਪਾਣੀ ਢੋਣਾ ਗੁਰਬਾਣੀ ਵਿੱਚ ਬੜੀ ਵੱਡੀ ਸੇਵਾ ਮੰਨੀ ਗਈ ਦੀ ਹੈ। ਹੁਣ ਏਸੀ ਲੱਗੇ, ਪੱਖੇ ਲੱਗੇ, ਪੱਖਾ ਝੱਲਣ ਦੀ ਸੇਵਾ ਹੀ ਨਹੀਂ ਹੈਗੀ ਜੀ। ਤੇ ਮੈਨੂੰ ਮਾਫ ਕਰਿਓ, ਉਹ ਸੇਵਾ ਨਹੀਂ ਹੈਗੀ। ਇਸੇ ਕਰਕੇ ਅੰਦਰ ਜਰਨ ਅਵਸਥਾ ਨਹੀਂ ਹੈਗੀ ਜੀ, ਅੰਦਰ ਮਿਹਰ ਨਹੀਂ ਹੈਗੀ ਜੀ। ਸੇਵਾ ਕਰ ਕਰਕੇ ਪੱਖਾ ਢਲਦੇ ਝਲਦੇ ਬੰਦਿਆਂ ਦਾ ਜੀਵਨ ਬਣ ਜਾਂਦਾ ਸੀਗਾ ਜੀ। ਪਾਣੀ ਢੋ ਕੇ ਲਿਆਉਣਾ ਸੰਗਤਾਂ ਵਾਸਤੇ ਦੂਰੋਂ ਦੂਰੋਂ, ਬੜੀ ਵੱਡੀ ਸੇਵਾ ਜੀ। ਆਟਾ ਚੱਕੀਆਂ ਪੀਹ ਦਿੰਦੀਆਂ ਨੇ, ਲਿਆ ਕੇ ਗੁੰਨ ਕੇ ਪ੍ਰਸ਼ਾਦੇ ਤਿਆਰ ਹੋ ਜਾਂਦੇ ਆ। ਪਹਿਲਾਂ ਆਪ ਆਟਾ ਪੀਸਦੇ ਹੁੰਦੇ ਸੀ ਗੁਰਸਿੱਖ ਪ੍ਰੇਮੀ ਜੀ। ਆਪ ਜੀਵਨ ਪਤਾ ਕਿਵੇਂ ਬਣਦੇ ਜੀ? ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਉਹਨਾਂ ਕੋਲ ਬੰਦਾ ਆਇਆ ਜੀ, ਉਹਦੇ ਘਰ ਸੰਤਾਨ ਨਹੀਂ ਸੀ ਹੈਗੀ। ਕਹਿੰਦਾ ਮਹਾਂਪੁਰਖੋ ਸੰਤਾਨ ਹੋਵੇ। ਕਹਿਣ ਲੱਗੇ ਸੇਵਾ ਕਰਨੀ ਪਏਗੀ। ਕਹਿੰਦੇ ਕੀ? ਕਹਿੰਦੇ 2 ਬੋਰੀਆਂ ਕਣਕ ਦੀਆਂ। ਅਜੇ ਇੰਨੀ ਗੱਲ ਆਖੀ ਜੀ। ਉਹ ਕਹਿਣ ਲੱਗਾ 2 ਛੱਡੋ 20 ਦੇ ਦਿਆਂਗਾ, ਗੱਲ ਤੇ ਕਰੋ। ਅਮੀਰ ਬੰਦਾ ਸੀ। ਮਹਾਂਪੁਰਖ ਕਹਿੰਦੇ ਗੱਲ ਸੁਣ ਲੈ ਧਿਆਨ ਨਾਲ, 2 ਬੋਰੀਆਂ ਕਣਕ ਦੀਆਂ ਲੈਣੀਆਂ, ਹਰ ਇੱਕ ਦਾਣੇ ਉੱਤੇ ਮੂਲ ਮੰਤਰ ਦਾ ਪਾਠ ਕਰਨਾ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਉਹ ਕਹਿੰਦਾ ਮਹਾਰਾਜ ਇੰਨਾ? ਕਹਿੰਦੇ ਤੂੰ ਤਾਂ ਕਹਿੰਦਾ ਹਾਂ 20 ਕਰਨੀਆਂ। ਉਹ ਚੁੱਪ ਹੀ ਹੋ ਗਿਆ ਜੀ। ਕੀਤਾ ਜੀ ਉਹਨਾਂ ਨੇ, ਦੋਵਾਂ ਜੀਆਂ ਨੇ ਰਲ ਕੇ ਹਰ ਇੱਕ ਦਾਣੇ ਦੇ ਉੱਤੇ ਮੂਲ ਮੰਤਰ ਦਾ ਪਾਠ ਕਰਕੇ ਨਾ ਜੀ, ਉਹ ਪੀਸਣਾ, ਉਹਦਾ ਪ੍ਰਸ਼ਾਦਾ ਤਿਆਰ ਕਰਕੇ ਗੁਰਸਿੱਖਾਂ ਨੂੰ ਛਕਾਉਣਾ। 2 ਪੁੱਤ ਪੈਦਾ ਹੋਏ ਜੀ ਉਹਨਾਂ ਵੱਲ ਜੀ। ਹਾਂਜੀ, ਇਸ ਤਰ੍ਹਾਂ ਹੀ ਜੀਵਨ ਬਣ ਜਾਂਦਾ ਸੀ ਬੰਦੇ ਦਾ ਜੀ। ਭਾਈ ਮੇਹਾ ਜੀ ਦੂਰੋਂ ਪਾਣੀ ਭਰ ਕੇ ਲੈ ਕੇ ਆਉਂਦੇ ਸੰਗਤ ਵਾਸਤੇ। ਹਾਂਜੀ, ਭਗਤ ਭਾਉ ਮੈਂ ਰੰਗਿਓ ਮਨ ਕੋ। ਲਓ ਜੀ, ਕਿਸੇ ਨਾਲ ਗੱਲਬਾਤ ਨਹੀਂ ਕਰਨੀ ਜੀ।
ਭਗਤੀ ਦੀ ਭਾਵਨਾ ਵਿੱਚ ਮਨ ਰੰਗਿਆ ਗਿਆ ਜੀ। ਪਾਣੀ ਲਿਆਉਣਾ, ਸੰਗਤ ਨੂੰ ਲਿਆਉਣਾ ਤੇ ਜਪਜੀ ਸਾਹਿਬ ਦੇ ਪਾਠ ਕਰਦੇ ਰਹਿਣਾ ਜੀ। ਬੜੀ ਵੱਡੀ ਤਾਕਤ ਤੇ ਜਪਜੀ ਸਾਹਿਬ ਦੇ ਪਾਠ ਵਿੱਚ ਜੀ। ਮੈਂ ਆਪ ਜੀ ਨੂੰ ਬੇਨਤੀ ਕਰਾਂ, 5 ਕੰਡੀਸ਼ਨਾਂ ਹੋਣੀਆਂ ਚਾਹੀਦੀਆਂ ਜਪਜੀ ਸਾਹਿਬ ਦਾ ਪਾਠ ਕਰਨ ਲਈ ਜੀ। ਜਪਜੀ ਸਾਹਿਬ ਦਾ ਪਾਠ ਸਭ ਤੋਂ ਪਹਿਲਾਂ ਸਰੀਰ ਦੀ ਪਵਿੱਤਰਤਾ ਮੰਗਦਾ ਜੀ। ਜਿਹਨੇ ਜਪਜੀ ਸਾਹਿਬ ਦੇ ਪਾਠ ਕਰਨੇ ਨਾ ਜੀ, ਸਰੀਰ ਦੀ ਪਵਿੱਤਰਤਾ ਚਾਹੀਦੀ ਹੈ। ਪਹਿਲੀ ਕੰਡੀਸ਼ਨ ਇਹ ਹੈ ਜੀ। ਹਾਂਜੀ, ਜਪਜੀ ਸਾਹਿਬ ਦਾ ਜਿਹਨੇ ਪਾਠ ਅਭਿਆਸ ਕਰਨਾ ਹੈ, ਉਹ ਬਹੁਤੀਆਂ ਗੱਲਾਂ ਨਾ ਕਰੇ ਕਿਸੇ ਨਾਲ ਜੀ। ਕੋਸ਼ਿਸ਼ ਕਰੇ 8 ਪਹਿਰ ਹੀ ਵਾਹਿਗੁਰੂ ਵਾਹਿਗੁਰੂ ਕਰੇ ਜੀ। ਫਿਰ ਆਪਣੇ ਗੁਰੂ ਤੇ ਪੂਰਾ ਭਰੋਸਾ ਰੱਖਦਾ ਹੋਵੇ ਜੀ। ਕੁਝ ਕੰਡੀਸ਼ਨਾਂ ਨੇ, ਇਸ ਤਰੀਕੇ ਨਾਲ ਜਿਹੜਾ ਪਾਠ ਕਰਦਾ ਉਹਦੀ ਅਵਸਥਾ ਬਣ ਜਾਂਦੀ ਜੀ। 10ਵੇਂ ਪਾਤਸ਼ਾਹ ਦੇ ਇਤਿਹਾਸ 'ਚ ਆਇਆ ਸੀ ਨਾ, ਭਾਈ ਗੋਦੜੀਆ ਜੀ 21 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦੇ ਸੀਗੇ। 21 ਕਰਨੇ ਤੇ ਕਰਨੇ ਪ੍ਰੇਮ ਦੇ ਨਾਲ ਜੀ। ਬੜੀ ਵੱਡੀ ਅਵਸਥਾ ਬਣੀ ਜੀ। ਭਾਈ ਮੇਹਾ ਜੀ ਸੇਵਾ ਕਰਦੇ ਰਹਿੰਦੇ ਆ, ਨਾਲ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਰਹਿੰਦੇ ਆ। ਮਨ ਰੰਗਿਆ ਗਿਆ ਜੀ। ਹਾਂਜੀ, ਨਹਿ ਸੁਖ ਠਾਨਤ ਹੈ ਕਬ ਤਨ ਕੋ। ਮੇਰੇ ਵਰਗਾ ਬੰਦਾ ਸਰੀਰ ਦਾ ਵੀ ਸੁੱਖ ਵੇਖਦਾ ਵੀ ਸਰੀਰ ਥੱਕ ਨਾ ਜਾਵੇ। ਚੌਂਕੜਾ ਮਾਰ ਕੇ ਬਹਿ ਜਾਈਦਾ ਨਾ ਬੈੱਡ ਤੇ ਉੱਤੇ ਜਾ ਕੇ, ਹਾਂ ਬਹਿ ਜਾਂਦੇ ਆ ਜਾ ਕੇ। ਉਹਨਾਂ ਨੇ ਇੰਜ ਕੀਤਾ ਜੀ। ਸਰੀਰ ਬਾਰੇ ਧਿਆਨ ਹੀ ਨਹੀਂ ਦੇਣਾ ਜੀ। ਸਰੀਰ ਬਾਰੇ ਧਿਆਨ ਨਹੀਂ ਦੇਣਾ, ਸੇਵਾ ਹੀ ਕਰੀ ਜਾਣੀ, ਸੇਵਾ ਹੀ ਕਰੀ ਜਾਣੀ। ਸੰਗਤ ਦੀ ਖੇਚਲ ਤੇ ਕਰਨੀ ਪੈਂਦੀ ਹੈ। ਗੁਰਦੁਆਰੇ ਆ ਕੇ ਕੌਲੀ ਨਹੀਂ ਬੰਦਾ ਚੁੱਕਦਾ, ਕਹਿੰਦਾ ਮੈਂ ਬ੍ਰਹਮ ਗਿਆਨੀ ਬਣਦਾ। ਕਿਵੇਂ ਗੱਲ ਬਣੇਗੀ ਜੀ? ਕਿਵੇਂ ਬਣੇਗੀ? ਸਰੀਰ ਦੇ ਬਾਰੇ ਧਿਆਨ ਹੀ ਨਹੀਂ ਰੱਖਣਾ ਭਾਈ ਮੇਹਾ ਜੀ ਨੇ। ਹਾਂਜੀ, ਪ੍ਰੇਮ ਬਿਖੈ ਸੇਵਤ ਸਤਿਗੁਰ ਕੋ। ਹੁਣ ਬਾਣੀ ਪੜ੍ਹਨੀ, ਗਾਗਰ ਢਾਉਣੀ ਤੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ 'ਚ ਧਿਆਨ ਰੱਖਣਾ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਧਿਆਨ ਨਹੀਂ ਟੁੱਟਣ ਦੇਣਾ ਜੀ ਆਪਣਾ ਜੀ। ਧਿਆਨ ਨਹੀਂ ਟੁੱਟਣ ਦੇਣਾ। ਧਿਆਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਰੱਖਣਾ ਜੀ। ਹਾਂਜੀ, ਲਾਗੀ ਲਗਨ ਇਸੀ ਬਿਦ ਉਰ ਕੋ। ਬਸ ਇਹੋ ਹੀ ਲਗਨ ਲੱਗੀ ਜੀ। ਗੁਰੂ ਮਿਹਰ ਕਰੇ ਸਾਡੇ ਬੱਚਿਆਂ ਨੂੰ, ਸਾਨੂੰ ਇਹ ਲਗਨ ਲੱਗ ਜੇ ਜੀ। ਧਿਆਨ ਨਹੀਂ ਕਿਸੇ ਬੰਨੇ ਦੇਣਾ ਜੀ। ਸੇਵਾ ਕਰਨੀ, ਹਿਰਦੇ 'ਚ ਲਗਨ ਲੱਗੀ, ਧਿਆਨ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ 'ਚ। ਹਾਂਜੀ, ਕਿਸਕੇ ਸਾਥ ਨਾ ਬੋਲੇ ਕਬ ਹੂੰ। ਅਸੀਂ ਜਿੰਨਾ ਚਿਰ ਤੱਕ ਢਾਣੀ ਬਣਾ ਕੇ ਬਹਿ ਨਾ ਜਾਈਏ ਤੇ ਗੱਲਬਾਤ ਨਾ ਕਰ ਲਈਏ, ਬੰਦੇ ਨੂੰ ਲੱਗਦਾ ਵੀ ਗੁਰਦੁਆਰੇ ਆਏ ਹੀ ਨਹੀਂ ਜੀ ਅਸੀਂ। ਭਾਈ ਮੇਹਾ ਜੀ ਨੇ ਕਿਸੇ ਨਾਲ ਗੱਲ ਨਹੀਂ ਕਰਨੀ ਜੀ। ਮੈਂ ਅੱਗੇ ਬੇਨਤੀ ਕੀਤੀ ਨਾ, ਜਪਜੀ ਸਾਹਿਬ ਦਾ ਜਿਹੜਾ ਅਭਿਆਸੀ ਬਣਨਾ ਚਾਹੁੰਦਾ ਉਹ ਘੱਟ ਬੋਲੇ ਜੀ। ਬੋਲੇ ਘੱਟ, ਗੱਲ ਘੱਟ ਕਰੇ ਜੀ। ਕਿਸੇ ਨਾਲ ਗੱਲ ਨਹੀਂ ਕਰਨੀ ਜੀ ਉਹਨਾਂ ਨੇ। ਹਾਂਜੀ, ਜਿਤੋ ਖਰਚ ਜਲ ਅੰਨ ਹੈ ਸਭ ਹੂੰ। ਜਿੰਨਾ ਪਾਣੀ ਖਰਚ ਹੁੰਦਾ ਸੀ ਨਾ, ਜਿੰਨਾ ਪਾਣੀ ਲੱਗਣਾ, ਭਾਈ ਮੇਹੇ ਨੇ ਇਕੱਲੇ ਨੇ ਢਾਉਣਾ ਜੀ। ਹਾਂਜੀ, ਤੁਸੀਂ ਸੁਣਿਆ ਮੇਲਾ ਹੀ ਲੱਗਾ ਰਹਿੰਦਾ ਸੀਗਾ ਜੀ ਸੰਗਤਾਂ ਦਾ। ਇੰਨੀ ਸੰਗਤ ਵਾਸਤੇ ਜਲ ਲਿਆਉਣਾ ਸੌਖਾ ਕੰਮ ਥੋੜ੍ਹੀ ਹੈਗਾ ਜੀ। ਬੰਦਾ ਲੱਗ ਜਾਵੇ, ਕਿਸੇ ਬੰਨੇ ਹੀ ਲੱਗ ਜੇ ਜੀ, ਸੇਵਾ ਹੀ ਕਰੀ ਜਾਵੇ ਜੀ। ਜੇ ਬਾਣੀ ਪੜ੍ਹਨੀ ਬਾਣੀ ਪੜ੍ਹੇ, ਕਿਸੇ ਬੰਨੇ ਤੇ ਲੱਗੇ ਜੀ। ਜਿੰਨਾ ਪਾਣੀ ਖਰਚ ਹੋਣਾ ਭਾਈ ਮੇਹਾ ਜੀ ਨੇ ਲੈ ਕੇ ਆਉਣਾ ਜੀ ਸਾਰਾ। ਸਦਾ ਪਾਣੀ ਦੇ ਘੜੇ ਤਿਆਰ ਹੁੰਦੇ ਸੀਗੇ, ਪਾਣੀ ਦੀ ਥੁੜ ਨਹੀਂ ਸੀ ਆਉਣ ਦਿੰਦੇ ਜੀ। ਹਾਂਜੀ, ਵਾਹਿਗੁਰੂ ਸਿਮਰਨ ਔਰ ਕਰਤਾ। ਤੇ ਲਓ ਜੀ, ਜਦੋਂ ਉਹਦਾ ਨੇਮ ਹੋ ਜਾਣਾ, ਪਾਠ ਪੂਰੇ ਹੋ ਜਾਣੇ, ਫਿਰ ਵਾਹਿਗੁਰੂ ਵਾਹਿਗੁਰੂ ਆਖੋ ਸਾਰੇ। ਵਾਹਿਗੁਰੂ ਵਾਹਿਗੁਰੂ ਸਿਮਰਨ ਔਰ ਕਰਤਾ। ਹਿਰਦੇ 'ਚ ਵਾਹਿਗੁਰੂ ਵਾਹਿਗੁਰੂ ਸਿਮਰਨ ਕਰੀ ਜਾਣਾ ਜੀ। ਗੱਲ ਨਹੀਂ ਕਰਨੀ, ਬਾਹਰੋਂ ਚੁੱਪ ਕਰਕੇ ਬੈਠੇ, ਅੰਦਰੋਂ ਸਿਮਰਨ ਚੱਲ ਰਿਹਾ ਹੁੰਦਾ ਸੀਗਾ ਜੀ। ਹਾਂਜੀ, ਭਾਗ ਜਗੇ ਸ਼ਰਧਾ ਗੁਰ ਧਰਤਾ। ਗੱਲ ਕੀ ਜੀ, ਕਵੀ ਸੰਤੋਖ ਸਿੰਘ ਕਹਿੰਦੇ ਆ,
ਜਿਹਦੇ ਭਾਗ ਜਾਗ ਜਾਣ ਉਹ ਗੁਰੂ ਤੇ ਸ਼ਰਧਾ ਰੱਖਣ ਲੱਗ ਪੈਂਦਾ ਹੈ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਭਾਈ ਮੇਹੇ ਨੇ ਸ਼ਰਧਾ ਰੱਖਣੀ ਗੁਰੂ ਤੇਗ ਬਹਾਦਰ ਜੀ ਉੱਤੇ ਜੀ। ਹਾਂਜੀ। ਖਾਨ ਪਾਨ ਕਿਛ ਸਹਜੇ ਮਿਲੇ। ਅੱਛਾ, ਕੁਝ ਖਾਣ ਪੀਣ ਦੀ ਇੱਛਾ ਵੀ ਨਹੀਂ ਰੱਖਣੀ ਜੀ। ਖਾਣ ਪੀਣ ਦੀ ਇੱਛਾ ਨਹੀਂ ਰੱਖਣੀ, ਜੋ ਸਹਿਜੇ ਮਿਲ ਗਿਆ, ਪ੍ਰੇਮ ਨਾਲ ਮਿਲ ਗਿਆ। ਹਾਂਜੀ। ਖਾਏ ਅਲਪ ਸੇਵੈ ਗੁਰ ਭਲੇ। ਉਹ ਵੀ ਥੋੜਾ ਛਕਣਾ ਜੀ, ਤੇ ਸੇਵਾ ਕਰਨੀ। ਸੇਵਾ ਜੀ, ਸੇਵਾਦਾਰ ਬੰਦਾ ਜੀ। ਬਹੁਤਾ ਖਾਏਗਾ ਸੇਵਾ ਨਹੀਂ ਹੋਏਗੀ ਉਹਦੇ ਕੋਲੋਂ ਜੀ। ਬਹੁਤਾ ਖਾ ਲੇਗਾ ਨਾ ਜੀ, ਸੇਵਾ ਨਹੀਂ ਹੋਏਗੀ। ਥੋੜਾ ਛਕਣਾ, ਸੇਵਾ ਬਹੁਤੀ ਕਰਨੀ ਜੀ। ਹਾਂਜੀ। ਭੋਜਨ ਕੇਰ ਸਵਾਦ ਨਹਿ ਧਰੈ। ਹਾਂ, ਸਵਾਦ ਨਹੀਂ ਰਿਹਾ ਜੀਭ ਦਾ ਜੀ। ਸਵਾਦ ਨਹੀਂ ਰਿਹਾ। ਸਾਨੂੰ ਸਵਾਦ ਹੈਗਾ ਕਿ ਨਹੀਂ ਹੈਗਾ ਜੀ? ਅਵਸਥਾ ਵਾਲਿਆਂ ਦੀ ਜੀਭ ਦਾ ਸਵਾਦ ਨਹੀਂ ਰਹਿੰਦਾ ਜੀ। ਜੋ ਮਿਲ ਗਿਆ ਠੀਕ ਹੈ, ਇੱਛਾ ਨਹੀਂ ਰੱਖਣੀ ਜੀ। ਖੇਚਲ ਕਰਨੀ ਪੈਂਦੀ ਹੈ, ਸਰੀਰ ਹੰਡਾਉਣੇ ਪੈਂਦੇ ਹੈ, ਫਿਰ ਜਾ ਕੇ ਦਾਤਾਂ ਮਿਲਦੀਆਂ ਸੰਗਤ ਜੀ। ਆਖੇ ਮੈਂ ਘੜੀ 5 ਮਿੰਟ ਹੀ ਵਾਹਿਗੁਰੂ ਵਾਹਿਗੁਰੂ ਲਾ ਲਈ ਹੈ ਤੇ ਮੈਂ ਹੁਣ ਛੇਤੀ ਛੇਤੀ ਬ੍ਰਹਮ ਗਿਆਨੀ ਬਣਦਾ, ਇੰਝ ਤਾਂ ਨਹੀਂ ਗੱਲ ਬਣਦੀ। ਖੇਚਲ ਕਰਨੀ ਪੈਣੀ ਹੈ। ਹਾਂਜੀ। ਮਿਲੈ ਜਥਾ ਸੋ ਖੈਬੋ ਕਰੈ। ਜੋ ਮਿਲਣਾ ਉਹ ਛਕ ਲੈਣਾ ਤੇ ਬਾਅਦ ਚੋਂ ਨਾ ਮੰਗਣਾ ਜੀ। ਇੱਕ ਵਾਰ ਜੋ ਵਰਤਾਰਾ ਮਿਲ ਗਿਆ ਠੀਕ ਹੈ। ਹਾਂਜੀ। ਗਾਗਰ ਕੋ ਸਿਰ ਪਰ ਧਰ ਲਿਆਵੈ। ਬਸ ਜਦੋਂ ਵੇਖਣਾ ਨਾ ਜੀ, ਭਾਈ ਮੇਹੇ ਦੇ ਸਿਰ ਤੇ ਪਾਣੀ ਦੇ ਗਾਗਰ ਹੀ ਵੇਖਣੀ ਜੀ। ਇੱਕ ਘੜਾ ਹੁੰਦਾ, ਇੱਕ ਗਾਗਰ ਹੁੰਦੀ, ਤੁਹਾਨੂੰ ਪਤਾ ਹੋਣਾ ਗਾਗਰ ਦਾ ਜੀ। ਤਾਂਬੇ ਦੀ ਗਾਗਰ ਜੀ, ਵੱਡੀ ਗਾਗਰ ਜੀ। ਥੋੜੇ ਜਿਹੇ ਆਪਣੇ ਸਾਈਜ਼ ਦੀ ਉਹ ਗਾਗਰ ਜਿਹੜੀ ਸੀ ਨਾ, ਬਣਾਈ ਸੀ ਉਹਨਾਂ ਨੇ। ਉਹ ਗਾਗਰ ਸਿਰ ਤੇ ਰੱਖਣੀ ਸਦਾਈ ਜੀ। ਹਾਂਜੀ। ਦੇ ਕਰ ਤਿਸ ਕੋ ਔਰ ਲਿਜਾਵੈ। ਉਹ ਪਾਣੀ ਰੱਖ ਦੇਣਾ ਜੀ, ਹੋਰ ਗਾਗਰ ਸਿਰ ਤੇ ਚੁੱਕ ਕੇ ਤੁਰ ਪੈਣਾ ਜੀ। ਦੂਰ ਜਾ ਕੇ ਪਾਣੀ ਲੈ ਕੇ ਆਉਣਾ ਜੀ। ਹਾਂਜੀ। ਜਲ ਕੀ ਤੋਟ ਨਾ ਹੋਣੇ ਪਾਵੇ। ਬਸ ਇੱਛਾ ਕੀ ਸੀ? ਗੁਰੂ ਸਾਹਿਬ ਨੇ ਮੈਨੂੰ ਜ਼ਿੰਦਗੀ ਬਖਸ਼ੀ ਹੈ, ਮੌਕਾ ਮਿਲਿਆ ਮੈਨੂੰ, ਮੈਂ ਪਾਣੀ ਦੀ ਕਮੀ ਨਹੀਂ ਆਉਣ ਦੇਣੀ। ਅੱਜ ਕੇ ਆਖੋ ਵਾਹਿਗੁਰੂ। ਵਿਰਲੇ ਵਿਰਲੇ ਇਹੋ ਜਿਹੇ ਸਿੱਖ ਹੁੰਦੇ ਤੇ ਵਿਰਲੇ ਵਿਰਲੇ ਜੀ। ਹਾਂਜੀ। ਨਿਸਮਹਿ ਤਮ ਹੋਏ ਤੋ ਪਰ ਲਿਆਵੈ। ਵਾਹ ਵਾਹ। ਰਾਤ ਸਮੇਂ ਹਨੇਰਾ ਹੁੰਦਾ ਸੀਗਾ ਜਦੋਂ, ਉਰੋਂ ਕਿਹੜੀਆਂ ਸਟਰੀਟ ਲਾਈਟਾਂ ਸਨ ਜੀ। ਹਨੇਰੇ ਵਿੱਚ ਵੀ ਜਾ ਕੇ ਤੇ ਗਾਗਰ ਭਰ ਕੇ ਪਾਣੀ ਦੀ ਲੈ ਕੇ ਆਉਣੀ। ਉਸੇ ਜਲ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ਼ਨਾਨ ਕਰਨਾ ਜੀ। ਸੰਗਤਾਂ ਨੇ ਇਸ਼ਨਾਨ ਕਰਨਾ ਜੀ। ਹੋਰ ਸਿੱਖ ਵੀ ਹੁੰਦੇ ਸੀਗੇ, ਪਰ ਭਾਈ ਮੇਹਾਂ ਦੀ ਰਾਤ ਨੂੰ ਵੀ ਆਰਾਮ ਨਹੀਂ ਸੀ ਕਰਦੇ ਹੁੰਦੇ ਜੀ। ਹਾਂਜੀ। ਇੱਕ ਸੇਵਾ ਮਹਿ ਭਾ ਬਿਲਾਖੀ। ਅਪਰ ਨਹੀਂ ਕਿਸ ਬਿਦ ਕੋ ਕਾਂਖੀ। ਹੋਰ ਗੱਲ ਸੁਣੋ, ਮੰਗ ਵੀ ਨਹੀਂ ਸੀ ਕੋਈ ਹੈਗੀ ਭਾਈ ਮੇਹੇ ਦੀ ਵੀ ਮੈਂ ਆ ਮੈਨੂੰ ਮਿਲੇ ਜੀ। ਮੰਗ ਨਹੀਂ ਸੀ ਹੈਗੀ ਕੋਈ, ਨਿਸ਼ਕਾਮ ਸੇਵਾ ਸੀਗੀ ਜੀ। ਗਾਗਰ ਤੇ ਛਿਲ ਗਾ ਸਿਰ ਬਾਸ। ਹੁਣ ਹਰ ਸਮੇਂ ਗਾਗਰ ਹੀ ਰੱਖਣੀ ਸਿਰ ਤੇ, ਗਾਗਰ ਹੀ ਰੱਖਣੀ। ਸਿਰ ਦਾ ਮਾਸ ਜਿਹੜਾ ਸੀ ਨਾ ਕੇਸਾਂ ਦੇ ਹੇਠਲਾ, ਉਹ ਛਿੱਲਿਆ ਗਿਆ ਜੀ। ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਸਿਰ ਦਾ ਮਾਸ ਛਿੱਲਿਆ ਗਿਆ। ਕਿੰਨੀ ਸੇਵਾ ਕੀਤੀ ਜੀ। ਇੱਕ ਦੋ ਦਿਨਾਂ ਵਿੱਚ ਤੇ ਮਾਸ ਛਿੱਲਿਆ ਨਹੀਂ ਜਾਂਦਾ ਜੀ, ਕਈ ਦਿਨ ਲੱਗੇ ਹੋਣਗੇ। ਹਾਂਜੀ। ਦਿਨ ਪ੍ਰਤ ਵਧਤ ਭਇਓ ਚਹੁਪਾਸ। ਲਓ ਜ਼ਖਮ ਵੱਧਦਾ ਗਿਆ ਜੀ। ਹਰ ਰੋਜ਼ ਉਹ ਜ਼ਖਮ ਵੱਧਦਾ ਗਿਆ ਜੀ ਸਿਰ 'ਚ। ਤੇ ਭਾਈ ਮੇਹਾ ਇੰਨਾ ਗੁਪਤ ਰਿਹਾ ਕਰੇ, ਭਾਈ ਮੇਹੇ ਨੇ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਜੀ। ਹਾਂਜੀ। ਤਰਹਿ ਭਾਵ ਸਿਰ ਘਾਵ ਵਿਸਾਲਾ। ਸ਼ਰਧਾ ਪੂਰੀ ਹੈ, ਸਿਰ ਦਾ ਜ਼ਖਮ ਵੱਡਾ ਹੋਈ ਜਾ ਰਿਹਾ ਜੀ। ਹਾਂਜੀ। ਮਖਖਾ ਕਾਟਤ ਹੈ ਸਭ ਕਾਲਾ। ਤੇ ਜਦੋਂ ਕਿਤੇ ਗਾਗਰ ਨਾ ਹੋਣੀ ਸਿਰ ਤੇ, ਮੱਖੀਆਂ ਆ ਕੇ ਬਹਿਣ ਲੱਗ ਪੈਂਦੀਆਂ ਸੀ। ਅੱਡ ਹੋ ਕੇ ਬਹਿ ਜਾਣਾ, ਕਿਸੇ ਨੂੰ ਪਤਾ ਨਾ ਲੱਗਣ ਦੇਣਾ ਜੀ। ਹਾਂਜੀ। ਨਹੀਂ ਘਾਵ ਕੀ ਪੀਰ ਵਿਚਾਰੈ। ਜ਼ਖਮ ਦੀ ਪੀੜ ਦੀ ਵੀ ਵਿਚਾਰ ਨਹੀਂ ਸੀ ਕਰਦੇ। ਪੀੜ ਤੇ ਹੁੰਦੀ ਹੈ ਜੀ ਜ਼ਖਮ ਦੀ। ਅੱਛਾ, ਭਾਈ ਮੇਹਾਂ ਜੀ ਇੰਨਾ ਕੁਝ ਕਰ ਰਹੇ ਹੈ, ਕੀ ਗੁਰੂ ਤੇਗ ਬਹਾਦਰ ਜੀ ਨੂੰ ਨਹੀਂ ਪਤਾ ਜੀ?
ਮਹਾਰਾਜ ਨੂੰ ਸਾਰੀ ਗੱਲ ਦਾ ਪਤਾ ਲੱਗ ਰਿਹਾ ਜੀ। ਪਰ ਮਹਾਰਾਜ ਗੁਪਤ ਨੇ ਭਾਈ ਮੇਹਾ ਕਿੰਨੀ ਕੁ ਮਿਹਨਤ ਕਰ ਸਕਦਾ ਹੈ। ਹਾਂਜੀ, ਤਿਸੀ ਰੀਤ ਗਾਗਰ ਸਿਰ ਧਾਰੈ। ਬਸ ਭਾਈ ਮੇਹਾ ਜੀ ਉਸੇ ਤਰੀਕੇ ਨਾਲ ਗਾਗਰ ਸਿਰ ਤੇ ਰੱਖਣੀ, ਜ਼ਖਮ ਵੱਡਾ ਹੋਈ ਗਿਆ ਜੀ। ਹਾਂਜੀ, ਜਲ ਕੀ ਤੋਟ ਹੋਣ ਨਹਿ ਦੇਈ। ਮੁੱਖ ਮਕਸਦ ਭਾਈ ਮੇਹੇ ਦਾ ਇਹ ਹੈ, ਪਾਣੀ ਦੀ ਤੋਟ ਨਹੀਂ ਮੈਂ ਆਉਣ ਦੇਣੀ। ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ ਜੀ। ਸੁਰਤ ਕਰਕੇ ਦਰਸ਼ਨ ਕਰੋ ਭਾਈ ਮੇਹਾ ਜੀ ਦਾ ਰੂਪ ਰੰਗ ਕਿਹੋ ਜਿਹਾ ਹੋਏਗਾ ਜੀ। 40-50 ਸਾਲ ਦੀ ਉਮਰ ਸੀਗੀ ਜੀ। ਹਾਂਜੀ, ਸਭ ਡੇਰੇ ਇਸ਼ਨਾਨ ਕਰੇਈ। ਹਾਂਜੀ, ਬਹੁਤ ਨਰਨ ਕੋ ਲੰਗਰ ਹੋਵੈ। ਸਾਰੇ ਡੇਰੇ ਨੇ ਇਸ਼ਨਾਨ ਵੀ ਕਰਨਾ ਜੀ। ਬੜੇ ਪੁਰਸ਼ਾਂ ਦਾ ਲੰਗਰ ਵੀ ਉਹਨਾਂ ਦੇ ਲਿਆਂਦੇ ਪਾਣੀ ਨਾਲ ਤਿਆਰ ਹੋਣਾ ਜੀ। ਹਾਂਜੀ, ਤਿਸ ਹਿਤ ਬਹੁਤ ਆਨ ਜਲ ਢੋਵੈ। ਇਸ ਕਰਕੇ ਬਹੁਤਾ ਹੀ ਜਲ ਢੋਂਦੇ ਸੀਗੇ, ਬੜਾ ਜਲ ਢੋਣਾ ਜੀ। ਹਾਂਜੀ, ਸਰਬ ਪ੍ਰਕਾਰ ਚਾਹੀਐ ਪਾਨੀ। ਹਾਂਜੀ, ਬਿਨ ਆਲਸ ਜਲ ਸੇਵਾ ਠਾਨੀ। ਜਿਹਨੇ ਰਾਤ ਵੀ ਨਹੀਂ ਆਰਾਮ ਕੀਤਾ ਉਹਨੂੰ ਆਲਸ ਕਾਹਦਾ ਜੀ। ਬਹੁਤ ਚਾਓ। ਇਹ ਪਤਾ ਕੌਣ ਸ਼ਕਤੀ ਦਿੰਦਾ ਜੀ? ਸੇਵਾ ਬੰਦਾ ਜਦੋਂ ਕਰਦਾ, ਨਾਲ ਨਾਲ ਸਿਮਰਨ ਕਰਨ ਲੱਗ ਪਏ ਨਾ, ਬਾਣੀ ਪੜ੍ਹਨ ਲੱਗ ਪਵੇ। ਭਾਈ ਸਾਹਿਬ ਜਪਜੀ ਸਾਹਿਬ ਦੇ ਪਾਠਾਂ ਦੇ ਅਭਿਆਸੀ ਹੈ। ਜਦੋਂ ਨਾਲ ਨਾਲ ਬੰਦਾ ਸਿਮਰਨ ਕਰਨ ਲੱਗੇ ਨਾ, ਸਿਮਰਨ ਨਹੀਂ ਫਿਰ ਥੱਕਣ ਦਿੰਦਾ ਬੰਦੇ ਨੂੰ ਜੀ। ਮੈਂ ਐਸੇ ਗੁਰਮੁਖਾਂ ਦੇ ਦਰਸ਼ਨ ਕੀਤੇ ਆ, 2-3 ਮਿੰਟ ਹੀ ਸੌਣ ਨਾ ਜੀ ਉਹਨਾਂ ਦੀ ਨੀਂਦ ਪੂਰੀ ਹੋ ਜਾਂਦੀ ਜੀ। 2-3 ਮਿੰਟ ਹੀ ਜੀ। ਹਾਂਜੀ, ਕਿਤਕ ਦਿਵਸ ਬੀਤੇ ਇਸ ਭਾਂਤ। ਕੁਝ ਦਿਨ ਇਸ ਤਰੀਕੇ ਨਾਲ ਲੰਘ ਗਏ ਜੀ। ਮਹਾਰਾਜ ਧਮਧਾਨ ਸਾਹਿਬ ਰਹਿ ਰਹੇ ਆ, ਬਹੁਤ ਸੰਗਤਾਂ ਆ ਰਹੀਆਂ। ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਸਾਰੇ ਨਾਲ ਹਨ। ਹਾਂਜੀ, ਪਰੇ ਕਿਰਮ ਤਹ ਕਟ ਕਟ ਖਾਤ। ਗੱਜ ਕੇ ਆਖੋ ਵਾਹਿਗੁਰੂ। ਜ਼ਖਮ ਸੀਗਾ, ਗਿੱਲਾ ਰਹਿਣ ਲੱਗ ਪਿਆ ਜ਼ਖਮ, ਤੇ ਭਾਈ ਮੇਹੇ ਦੇ ਸਿਰ 'ਚ ਕੀੜੇ ਪੈ ਗਏ ਜੀ। ਆਖੋ ਵਾਹਿਗੁਰੂ। ਕੀ ਪੈ ਗਏ? ਸਿਰ 'ਚ ਕੀੜੇ ਪੈ ਗਏ ਜੀ। ਕੱਟ ਕੱਟ ਕੇ ਖਾਂਦੇ ਆ ਜੀ ਉਹ। ਹਾਂਜੀ, ਕਿਸਕੇ ਸੰਗ ਨ ਕਬਹੂ ਕਹੈ। ਆਮ ਬੰਦਾ ਰੌਲਾ ਪਾਉਂਦਾ ਜੀ। ਭਾਈ ਮੇਹ ਨੇ ਕਦੀ ਨਹੀਂ ਕਿਸੇ ਨੂੰ ਕਿਹਾ ਕਿ ਮੇਰੇ ਸਿਰ 'ਚ ਕੀੜੇ ਪੈ ਗਏ ਆ, ਮੈਂ ਬੜਾ ਤੰਗ ਹੈ, ਮੈਂ ਬੜਾ ਪਰੇਸ਼ਾਨ ਹਾਂ। ਗੁਪਤ ਕਰਕੇ ਗੱਲ ਜੀ। ਹਾਂਜੀ, ਤੂਸ਼ਨ ਕਰੇ ਕਸ਼ਟ ਕੋ ਸਹੈ। ਚੁੱਪ ਰਹਿ ਕੇ ਕਸ਼ਟ ਸਹਿੰਦੇ ਰਹੇ। ਮਨ ਦੀ ਇੱਕੋ ਹੀ ਗੱਲ ਹੈ, ਜੇ ਮੌਕਾ ਮਿਲਿਆ ਤੇ ਸੇਵਾ ਕਰਨੀ ਹੈ। ਮੈਂ ਮੌਕਾ ਮਿਲਿਆ ਸੇਵਾ ਕਰਨੀ, ਸਿਮਰਨ ਕਰਨਾ। ਵਾਹਿਗੁਰੂ। ਜਲ ਢੋਵਤ ਸੇ ਚਾਂਦੀ ਪਰੀ। ਨਹਿ ਸ਼ਰੀਰ ਕੀ ਸੁਧ ਕਿਮ ਕਰੀ। ਜਲ ਢੋਂਦਿਆਂ ਖੋਪੜੀ ਦੇ ਵਿੱਚ ਲਾਗਾ ਲੱਗ ਗਿਆ ਜੀ। ਖੋਪੜੀ ਦੇ ਉੱਤੇ ਜੀ ਨਹੀਂ ਪਰਵਾਹ ਕੀਤੀ ਜੀ। ਹਾਂਜੀ, ਇੱਕ ਸੇਵਾ ਤੇ ਤਤਪਰ ਹੋਇਓ। ਪੂਰਬ ਕੇ ਸਮ ਹੀ ਜਲ ਢੋਇਓ। ਬਾ ਪਹਿਲਾਂ ਵਾਂਗ ਜਿਵੇਂ ਸਿਰ ਨੂੰ ਕੋਈ ਗੱਲ ਨਹੀਂ ਹੁੰਦੀ ਜੀ, ਪਹਿਲਾਂ ਵਾਂਗ ਜਲ ਢੋਂਦੇ ਰਹੇ, ਸੇਵਾ ਕਰਦੇ ਰਹੇ। ਸੰਗਤ ਜੀ ਫਿਰ ਸੁਣਿਓ, ਖੇਚਲ ਤੇ ਕਰਨੀ ਪੈਂਦੀ ਹੈ। ਖੇਚਲ ਤੇ ਕਰਨੀ ਪੈਂਦੀ। ਸੋਲਾਂ ਦਾ ਮਾਰਗ ਨਹੀਂ ਜੇ ਹੈਗਾ, ਸੋਲ ਦੇ ਬੰਦਿਆਂ ਦਾ ਜੀ। ਹਾਂਜੀ, ਕਟ ਕਟ ਕਿਰਮ ਖਾਤ ਹੈ ਮਾਸ। ਕੀੜੇ ਮਾਸ ਖਾਂਦੇ ਆ ਜੀ ਸਿਰ ਦਾ। ਹਾਂਜੀ, ਉਪਰ ਭਾਰ ਧਰਤ ਹੈ ਰਾਸ। ਇਹ ਉੱਤੇ ਫਿਰ ਭਾਰ ਰੱਖ ਦਿੰਦੇ ਆ ਜੀ। ਹਾਂਜੀ, ਈਨੂ ਗਾਗਰ ਤਰੇ ਟਿਕਾਵਤ। ਇਹਨੂੰ ਰੱਖਣਾ ਸ਼ੁਰੂ ਕਰ ਦਿੱਤਾ ਜੀ। ਬਿੰਨੂ ਦਾ ਪਤਾ ਹੋਣਾ ਜੀ ਤੁਹਾਨੂੰ? ਹਾਂ, ਸਿਆਣਿਆਂ ਨੂੰ ਪਤਾ, ਨਿਆਣਿਆਂ ਨੂੰ ਨਹੀਂ ਪਤਾ ਹੋਣਾ ਜੀ। ਬਿੰਨੂ ਹੁੰਦਾ ਬੋਰੀ ਦਾ, ਕਿਸੇ ਕੱਪੜੇ ਦਾ ਗੋਲ ਜਿਹਾ ਬਣਾ ਲੈਣਾ, ਉਹਨੂੰ ਸਿਰ ਤੇ ਰੱਖ ਕੇ ਉੱਤੇ ਵਸਤੂ ਰੱਖਣੀ ਜੀ। ਉਹ ਸਿਰ ਤੇ ਰੱਖ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਜੀ। ਹਾਂਜੀ, ਸੋ ਚੁੱਭ ਚੁੱਭ ਕਰ ਘਾਵ ਵਧਾਵਤ। ਉਹ ਵੀ ਚੁੱਭਣ ਲੱਗ ਪਿਆ ਜੀ। ਚੁੱਭਦਿਆਂ ਚੁੱਭਦਿਆਂ ਉਹਨੇ ਜ਼ਖਮ ਹੋਰ ਵਧਾ ਦਿੱਤਾ ਜੀ। ਹਾਂਜੀ, ਬਦਿਓ ਰਹਿ ਇਹਨੂੰ ਸਿਰ ਨੀਤ। ਉਹ ਹੁਣ ਸਦਾ ਸਿਰ ਤੇ ਰੱਖੇ ਵੱਜਿਆ ਰਹਿੰਦਾ ਬਿੰਨੂ। ਹਾਂਜੀ, ਕਬ ਖੋਲਹਿ ਦ੍ਰਿੜ ਬੰਧਨ ਹੀਤ। ਤੇ ਕਦੀ ਕਦੀ ਖੋਲਦੇ ਆ। ਤੁਸੀਂ ਹਿਸਾਬ ਲਾਓ, ਥੱਲੇ ਜ਼ਖਮ ਹੈ, ਜ਼ਖਮ ਦੇ ਵਿੱਚ ਕੀੜੇ ਹੈ, ਉੱਤੇ ਬਿੰਨੂ ਹੈ,
ਉੱਤੇ ਸੰਗਤਾਂ ਵਾਸਤੇ ਜਲ ਰੱਖਿਆ ਜੀ। ਕਦੀ ਕਦੀ ਖੋਲਦੇ ਭਾਈ ਮੀਆਂ ਜੀ, ਕਦੀ ਕਦੀ ਜੀ। ਹਾਂਜੀ, ਇੱਕ ਦਿਨ ਸਿਰ ਤੇ ਜਬਹੇ ਉਤਾਰਿਓ। ਹੁਣ ਉਹ ਕਦੀ ਕਦੀ ਖੋਲਦੇ ਸੀਗੇ। ਇੱਕ ਦਿਨ ਆਪਣੇ ਕਮਰੇ 'ਚ ਬੈਠੇ ਜੀ, ਕਮਰੇ ਨੂੰ ਬਾਰੀ ਲੱਗੀ ਸੀ, ਪਹਿਲੀਆਂ ਛੋਟੀਆਂ ਦੀਆਂ ਬਾਰੀਆਂ ਜਿਹੜੀਆਂ ਹੁੰਦੀਆਂ ਸੀ, ਕਮਰੇ ਦੇ ਵਿੱਚ ਬੈਠੇ ਬੀਨੂ ਲਾਇਆ ਜੀ ਸਿਰ ਤੋਂ ਜੀ। ਹਾਂਜੀ, ਖੋਲ ਰਜੂ ਤੇ ਕਰ ਮਹਿ ਧਾਰਿਓ। ਖੋਲ ਰਜੂ ਤੇ, ਰਜੂ ਕਹਿੰਦੇ ਰੱਸੀ ਨੂੰ, ਰੱਸੀ ਬੰਨ੍ਹ ਲੈਂਦੇ ਸੀ ਉੱਤੇ ਜੀ। ਹਾਂਜੀ, ਉਹ ਬੀਨੂ ਲਾਇਆ ਰੱਸੀ ਤੋਂ ਤੇ ਹੱਥ 'ਚ ਫੜਿਆ ਜੀ। ਹਾਂਜੀ, ਤਿਸਕੇ ਸੰਗ ਕਿਰਮ ਕੁਛ ਆਏ। ਤੇ ਫਿਰ ਪਤਾ ਕੀ ਹੋਇਆ ਜੀ, ਗੱਜ ਕੇ ਆਖੋ ਵਾਹਿਗੁਰੂ। ਜਦੋਂ ਬੀਨੂ ਲਾ ਕੇ ਹੱਥ 'ਚ ਫੜਿਆ ਤੇ ਬੀਨੂ ਨਾਲ ਕੀੜੇ ਲੱਗੇ ਹੋਏ ਸੀਗੇ ਜੀ, ਸਿਰ ਦੇ ਕੀੜੇ ਲੱਗੇ ਹੋਏ ਸੀਗੇ। ਹੇ ਮੇਰੇ ਵਾਹਿਗੁਰੂ, ਉਹ ਤੇ ਜਦੋਂ ਸਿਰ 'ਚ ਚੱਲਦੇ ਹੋਣਗੇ ਉਹਨੂੰ ਹੀ ਪਤਾ ਜਿਹਦੇ ਚੱਲਦੇ ਜੀ। ਹਾਂਜੀ, ਦਿਖਤ ਗਿਰੇ ਅਵਨੀ ਪਰ ਜਾਏ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਭਾਈ ਮੇਹਾਂ ਜੀ ਕੀ ਵੇਖਦੇ ਆ, ਉਹ ਕੁਝ ਕੀੜੇ ਧਰਤੀ ਤੇ ਡਿੱਗ ਗਏ ਜੀ। ਹਾਂਜੀ, ਮੇਹੇ ਕੀਨਸ ਹਿਰਦੈ ਵਿਚਾਰ। ਵੇਖਿਓ ਸੇਵਾ ਕਰ ਕਰਕੇ ਬੰਦੇ ਦਾ ਮਨ ਕਿੰਨਾ ਨਰਮ ਹੋ ਜਾਂਦਾ। ਆਹਾ, ਭਾਈ ਮੇਹਾਂ ਜੀ ਆਪਣੇ ਮਨ ਵਿੱਚ ਵਿਚਾਰ ਕਰਨ ਲੱਗੇ ਜੀ। ਹਾਂਜੀ, ਗਿਰੇ ਇਹਾਂ ਮਰ ਹੈ ਬਿਨ ਬਾਰ। ਵੇ ਇੱਥੇ ਇਹਨਾਂ ਨੂੰ ਪਾਣੀ ਵੀ ਨਹੀਂ ਮਿਲਣਾ, ਮਾਸ ਨਹੀਂ ਮਿਲਣਾ, ਇਹ ਤੇ ਮਰ ਜਾਣਗੇ ਭੁੱਖੇ ਹੀ ਧਰਤੀ ਤੇ ਰਹਿ ਕੇ। ਮਨ ਦਰਵ ਗਿਆ ਨਾ ਜੀ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਅਨੇਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕਹੋ ਕੈਸੇ ਗਵੈ। ਬੜੇ ਯਤਨ ਕੀਤੇ, ਮਨ 'ਚ ਕੋਈ ਨਰਮਤਾ ਹੀ ਨਹੀਂ ਆਈ। ਇਹੋ ਜਿਹਾ ਬੰਦਾ ਰੱਬ ਦੀ ਦਰਗਾਹ ਨਹੀਂ ਜਾਏਗਾ ਜੀ। ਕਠੋਰ ਬੰਦੇ ਦੀ ਕੋਈ ਥਾਂ ਨਹੀਂ ਹੈਗੀ ਜੀ। ਨਰਮ, ਥੋੜੀ ਬਹੁਤੀ ਨਰਮਤਾ ਹੀ ਤਾਂ ਚਾਹੀਦੀ ਹੈ ਜੀ। ਤੇ ਜੇ ਰੱਬ ਘਰ ਜਾਣਾ ਫਿਰ ਪੂਰੀ ਨਰਮੀ ਚਾਹੀਦੀ ਜੀ। ਉਂਝ ਨਾਮ ਜਪ ਜਪ ਕੇ ਸਹਿਜੇ ਸਹਿਜੇ ਬੰਦੇ ਵਿੱਚ ਨਰਮੀ ਵਧਣ ਲੱਗ ਪੈਂਦੀ ਹੈ, ਵਧਣ ਲੱਗ ਪੈਂਦੀ ਹੈ, ਗਰਮੀ ਘਟਣ ਲੱਗ ਪੈਂਦੀ ਹੈ। ਕੱਲ ਤਾਤੀ ਠੰਡਾ ਹਰ ਨਾਉ। ਭਾਈ ਸਾਹਿਬ ਨੇ ਵਿਚਾਰ ਕੀਤੀ ਹੈ ਤੇ ਭੁੱਖੇ ਮਰ ਜਾਣਗੇ। ਹਾਂਜੀ, ਮਾਸ ਕਹਾਂ ਤੇ ਭੱਖੈ ਇਹੀ। ਇਹ ਕਿੱਥੋਂ ਮਾਸ ਖਾਣਗੇ, ਹੁਣ ਤੇ ਮੇਰਾ ਖਾ ਰਹੇ ਆ। ਹਾਂਜੀ, ਮਰਹੇ ਤੁਰਤ ਪੈਰ ਜੋ ਧਰ ਦੇਹੀ। ਤੇ ਜੇ ਕਿਸੇ ਨੇ ਪੈਰ ਰੱਖਤਾ ਤੇ ਮਰ ਜਾਣਾ ਇਹਨਾਂ ਨੇ। ਹਾਂਜੀ, ਇਨਕੇ ਜੀਵਨ ਕੇਨ ਉਪਾਏ। ਤੇ ਮੈਨੂੰ ਕੋਈ ਯਤਨ ਕਰਨਾ ਚਾਹੀਦਾ ਜਿਉਂਦੇ ਰਹਿਣੇ ਵੀ। ਹਾਂਜੀ, ਮਮ ਸਿਰ ਬਿਨਾ ਨਾ ਜਾਣੇ ਜਾਏ। ਤੇ ਮੇਰੇ ਸਿਰ 'ਚ ਹੀ ਜਿਉਂਦੇ ਰਹਿ ਸਕਦੇ। ਵੇਖੋ ਸੇਵਾ ਕਰ ਕਰ ਕਿੰਨੀ ਨਰਮਤਾਈ ਵੱਧ ਗਈ ਜੀ। ਹਾਂਜੀ, ਦਇਆ ਧਾਰ ਸੋ ਲਿਏ ਉਠਾਏ। ਜਹਤੇ ਗਿਰੇ ਦਏ ਤਹ ਪਾਏ। ਆਖੋ ਵਾਹਿਗੁਰੂ। ਵਾਹਿਗੁਰੂ। ਗੱਜ ਕੇ ਮਨ 'ਚ ਦਇਆ ਆ ਗਈ। ਜਿੱਥੋਂ ਸਾਰੇ ਕੀੜੇ ਚੁੱਕੇ, ਜਿੱਥੇ ਡਿੱਗੇ ਸੀ ਉੱਥੇ ਹੀ ਪਾਉਣੇ ਸ਼ੁਰੂ ਕਰਤੇ ਜੀ। ਭਾਵ ਸਿਰ 'ਚ ਪਾਉਣੇ ਸ਼ੁਰੂ ਕਰਤੇ। ਚੁੱਕਣ ਸਿਰ 'ਚ ਪਾਉਣਾ, ਚੁੱਕਣ ਸਿਰ 'ਚ ਪਾਉਣਾ। ਇਹ ਕੰਮ ਕੱਲਿਆਂ ਕਰਨ ਦਾ, ਗੁਪਤ ਕਰਨ ਦਾ ਹੈ ਜੀ। ਹਾਂਜੀ, ਇਸ ਥਲ ਪਾਲਨ ਹੋਏ ਇੱਕ ਇਨ ਕੇਰਾ। ਪਖਿਆਨ ਕਰਹਿ ਮਾਸ ਸਿਰ ਮੇਰਾ। ਇੱਥੇ ਪਾਲਣ ਹੋਏਗਾ, ਸਰੀਰ ਤੇ ਮੇਰਾ ਲੇਖੇ ਲੱਗ ਹੀ ਜਾਏਗਾ ਨਾ, ਕਹਿਣ ਲੱਗੇ ਮਾਸ ਖਾਈ ਜਾਣਗੇ। ਹੁਣ ਇਹ ਕੱਲਿਆਂ ਗੁਪਤ ਉਹਨਾਂ ਨੇ ਇਹ ਕੰਮ ਕੀਤਾ ਜੀ। ਭਾਈ ਮੇਹਾਂ ਜੀ ਨੇ ਵੇਖੋ ਸੇਵਾ ਕਰ ਕਰਕੇ ਮਨ ਕਿੰਨਾ ਨਰਮ ਹੋ ਗਿਆ ਜੀ। ਹਾਂਜੀ, ਮਾਤ ਨਾਨਕੀ ਨੇ ਤਿਸ ਦੇਖਾ। ਪਰ ਆਖੋ ਵਾਹਿਗੁਰੂ। ਵਾਹਿਗੁਰੂ। ਉਹ ਬਾਰੀ ਚੋਂ ਮਾਤਾ ਨਾਨਕੀ ਜੀ ਲੰਘਣ ਦੇ ਤਾਂ ਉਹਨਾਂ ਵੇਖਿਆ ਵੀ ਮੇਹਾਂ ਕੀ ਕਰਨ ਦਿਆ, ਮੇਹਾਂ ਕੀ ਕਰ ਰਿਹਾ। ਤੇ ਮਾਤਾ ਨਾਨਕੀ ਜੀ ਨੇ ਵੇਖ ਲਿਆ। ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਹਨ। ਹਾਂਜੀ, ਹਿਰਦੇ ਉਪਾਈ ਦਇਆ ਵਿਸ਼ੇਖਾ। ਮਾਤਾ ਜੀ ਦੇ ਮਨ 'ਚ ਬੜੀ ਦਇਆ ਆਈ। ਧੰਨ ਹੈ ਭਾਈ ਮੇਹਾਂ। ਹਾਂਜੀ, ਕਹਿਣ ਲੱਗੀ ਸੁਣ ਮੇਰੇ ਭਾਈ। ਤੇ ਲਓ ਗੁਰੂ ਅਰਜਨ ਸਾਹਿਬ ਜੀ ਦੀ ਨਹੁੰ, ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੀ ਪਤਨੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਂ ਗਈ ਜੀ ਅੰਦਰ। ਕਹਿਣ ਲੱਗੀ ਮੇਰੇ ਭਰਾਵਾ ਇਹ ਕੀ ਕਰ ਰਹੇ ਆ। ਮਾਤਾ ਸਾਹਿਬ ਜੀ ਨੇ ਆਖਿਆ। ਹਾਂਜੀ, ਅਧਿਕ ਪ੍ਰੇਮ ਤੇ ਸੇਵ ਕਮਾਈ। ਵਾਹ, ਬੜੇ ਪ੍ਰੇਮ ਨਾਲ ਸੇਵਾ ਕੀਤੀ। ਕਹਿਣ ਲੱਗੇ ਇੰਨੇ ਪ੍ਰੇਮ ਨਾਲ ਸੇਵਾ।
ਹਾਂਜੀ, ਸ਼੍ਰੀ ਗੁਰ ਕੇ ਗ੍ਰਹਿ ਘਾਲੀ ਘਾਲ। ਗੁਰੂ ਘਰ ਵਿੱਚ ਤੁਸੀਂ ਘਾਲਣਾ ਘਾਲੀ ਹੈ। ਆਪਾਂ ਜਿੰਨੇ ਬੈਠੇ ਇਮਾਨਦਾਰੀ ਨਾਲ ਵਿਚਾਰ ਕਰੀਏ, ਦੁਨਿਆਵੀ ਘਾਲਣਾ ਤੇ ਘਾਲੀ ਹੋਏਗੀ, ਗੁਰੂ ਘਰ 'ਚ ਕਿੰਨਾ ਕਿੰਨਾ ਨੇ ਘਾਲ ਘਾਲੀ ਹੈ ਜੀ। ਬਿਲਕੁਲ ਇਮਾਨਦਾਰੀ ਨਾਲ ਸੋਚਿਓ, ਬੜੇ ਮਿਹਰਾਂ ਵਾਲੇ ਦਿਨ ਨੇ। ਦੱਸੋ ਘਾਲਣਾ ਘਾਲੀ ਹੈ ਜੀ? ਕਈਆਂ ਨੇ ਘਾਲੀ ਹੈ, ਕਈਆਂ ਨੇ ਨਹੀਂ ਘਾਲੀ ਜੀ। ਹਾਂਜੀ, ਘਾਲਣਾ ਘਾਲਣੀ ਚਾਹੀਦੀ ਹੈ। ਕਿਸੇ ਚੀਜ਼ ਦੀ ਘਾਲ ਲਓ। ਮਾਤਾ ਜੀ ਮੁਖੋਂ ਕਹਿ ਰਹੇ, ਭਾਈ ਮੇਹੇ ਤੂੰ ਬਹੁਤ ਘਾਲਣਾ ਘਾਲੀ ਹੈ। ਹਾਂਜੀ, ਹੋਏ ਕੈ ਕਸ਼ਟ ਬਹੀਨ ਨਿਹਾਲ। ਮਹਾਰਾਜ ਕਹਿਣ ਲੱਗੇ, ਮਾਤਾ ਜੀ ਕਹਿੰਦੇ ਤੇਰੇ ਕਸ਼ਟ ਦੂਰ ਹੋ ਜਾਣੇ, ਤੂੰ ਨਿਹਾਲ ਹੋ ਜਾਣਾ ਇੱਕ ਦਿਨ। ਹਾਂਜੀ, ਸਿਰ ਪਰ ਕੀਰੇ ਪਰੇ ਨਾ ਜਾਣੇ। ਹਾਂਜੀ। ਤਿਸੀ ਰੀਤ ਗੁਰ ਸੇਵਾ ਠਾਨੇ। ਭਾਈ ਮੇਹੇ ਤੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ, ਸਿਰ 'ਚ ਕੀੜੇ ਪੈ ਗਏ, ਸੇਵਾ ਨਹੀਂ ਛੱਡੀ, ਸੇਵਾ ਨਹੀਂ ਛੱਡੀ। ਭਾਈ ਮੇਹੇ ਤੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਹੈ। ਹਾਂਜੀ, ਮੇਹ ਸੁਨ ਕਰ ਕੀਨਸ ਬਿਨਤੀ। ਤੇ ਭਾਈ ਮੇਹਾਂ ਜੀ ਨਾ ਜੀ ਸੁਣ ਕੇ ਮਾਤਾ ਜੀ ਨੂੰ ਕਹਿਣ ਲੱਗੇ, ਮਾਤਾ ਜੀ ਕਿਸੇ ਨੂੰ ਦੱਸਿਓ ਨਾ। ਆਖੋ ਵਾਹਿਗੁਰੂ ਵਾਹਿਗੁਰੂ। ਲੋਕ ਮੇਰੀ ਪੂਜਾ ਕਰਨ ਲੱਗ ਪੈਣਗੇ। ਮਾਤਾ ਜੀ ਕਿਸੇ ਨੂੰ ਦੱਸਿਓ ਨਾ। ਹਾਂਜੀ, ਨਿਜ ਸ਼ਰੀਰ ਕੀ ਮੋਹ ਨਾ ਗਿਣਤੀ। ਮੇਰੇ ਸਰੀਰ ਦੀ ਕੀ ਗਿਣਤੀ ਹੈਗੀ? ਕਹਿਣ ਲੱਗੇ ਮੈਂ ਕਿਹੜੀ ਗਿਣਤੀ 'ਚ ਆਉਣਾ ਕਹਿੰਦੇ। ਹਾਂਜੀ, ਮੇਰੀ ਸੇਵਾ ਜੇ ਪਰਵਾਨ। ਇਨ ਕਿਰਮਨ ਕੋ ਹੋਏ ਕਲਿਆਣ। ਮੇਰੀ ਸੇਵਾ ਪ੍ਰਵਾਨ ਹੋ ਜੇ, ਤੇ ਜੇ ਪ੍ਰਵਾਨ ਹੋ ਜੇ ਤੇ ਇਹਨਾਂ ਕੀੜਿਆਂ ਦਾ ਵੀ ਚਲੋ ਭਲਾ ਹੋ ਜੇ। ਮੇਰੇ ਸਿਰ 'ਚ ਰਹਿ ਰਹੇ ਹੈ। ਹਾਂਜੀ, ਇਨਕੋ ਸੰਕਟ ਹੋਏ ਨਾ ਜੈਸੇ। ਕਰਨ ਉਪਾਏ ਮਾਤ ਜੀ ਤੈਸੇ। ਹਾਂਜੀ, ਸਤਿਗੁਰ ਹੋਏ ਦਇਆਲ ਸੁਨ ਭਾਈ। ਦੇਹ ਸਕਲ ਬਿਦ ਕੀ ਵਡਿਆਈ। ਤੇ ਮਾਤਾ ਨਾਨਕੀ ਜੀ ਮਨ 'ਚ ਪਤਾ ਕੀ ਸੋਚਦੇ? ਆਖੋ ਵਾਹਿਗੁਰੂ। ਵੀ ਜੇ ਭਾਈ ਮੇਹੇ ਤੇ ਮਹਾਰਾਜ ਦਿਆਲੂ ਹੋ ਗਏ ਨਾ, ਭਾਈ ਮੇਹੇ ਨੂੰ ਬੜੀ ਵੱਡੀ ਦਾਤ ਦੇਣਗੇ ਮਹਾਰਾਜ। ਇੰਨੀ ਸੇਵਾ, ਇੰਨੇ ਪ੍ਰੇਮ ਨਾਲ। ਗੁਰੂ ਕੇ ਮਹਿਲ ਮੈਂ ਕਈ ਸਿੰਘਾਂ ਦੇ ਦਰਸ਼ਨ ਕੀਤੇ ਜੀ। ਜਿਸ ਦਿਨ ਦੇ ਸ਼ਤਾਬਦੀ ਸਮਾਗਮ ਸ਼ੁਰੂ ਹੋਏ ਨਾ ਜੀ, ਘਰ ਨਹੀਂ ਗਏ ਜੀ। ਉਹ ਸੇਵਾ ਹੀ ਕਰੀ ਜਾਂਦੇ, ਉੱਥੇ ਸੇਵਾ ਹੀ ਕਰੀ ਜਾਂਦੇ ਜੀ। ਹਾਂਜੀ, ਕਹਿੰਦੇ ਮੌਕਾ ਮਿਲਿਆ ਫਿਰ ਸ਼ਤਾਬਦੀ ਥੋੜੀ ਹੋਣੀ ਕਹਿੰਦੇ। ਹਾਂਜੀ, ਘਰ ਹੀ ਨਹੀਂ ਗਏ ਜੀ। ਉਹ ਸੇਵਾ ਹੀ ਕਰੀ ਜਾਂਦੇ। ਇਹੋ ਹੀ ਤਾਂ ਦਿਨ ਨੇ ਸੇਵਾ ਕਰਨ ਦੇ ਜੀ। ਹਾਂਜੀ, ਇਮ ਸੁਨ ਲਗਿਓ ਸੇਵਕੋ ਜਾਏ। ਬਸ ਉਹ ਮਾਤਾ ਜੀ ਕਹਿਣ ਲੱਗੇ ਵੀ ਮੈਂ ਮਹਾਰਾਜ ਨਾਲ ਗੱਲ ਕਰਾਂਗੀ। ਤੇ ਇਹ ਮਾਤਾ ਜੀ ਕਹਿ ਕੇ ਆਪਣੇ ਰਸਤੇ ਤੁਰ ਪਏ। ਭਾਈ ਮੇਹਾਂ ਦੀ ਸੇਵਾ 'ਚ ਲੱਗ ਪਏ। ਬਿੰਨੂ ਫਿਰ ਬੰਨ ਲਿਆ, ਕੀੜੇ ਫਿਰ ਪਾਲੇ ਸਿਰ 'ਚ। ਹਾਂਜੀ, ਜਲ ਕੀ ਗਾਗਰ ਭਰ ਭਰ ਲਿਆਏ। ਪਾਣੀ ਦੀ ਗਾਗਰ ਸਿਰ ਤੇ ਰੱਖੀ, ਭਾਈ ਜੀ ਤੁਰ ਪਏ। ਹਾਂਜੀ, ਜਬ ਸ਼੍ਰੀ ਤੇਗ ਬਹਾਦਰ ਚੰਦ। ਹਾਂਜੀ। ਬੈਠੇ ਮਾਤ ਨਿਕਟ ਸੁਖ ਕੰਦ। ਹੁਣ 2-4 ਦਿਨ ਲੰਘੇ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਮਾਤਾ ਜੀ ਨੂੰ ਮਿਲਣ ਵਾਸਤੇ ਆਏ ਜੀ। ਮਾਤਾ ਨਾਨਕੀ ਜੀ ਦੇ ਲਾਗੇ ਬੈਠੇ। ਆਖੋ ਵਾਹਿਗੁਰੂ ਵਾਹਿਗੁਰੂ। ਬਹੁਤ ਸ਼ਾਂਤ ਸਰੂਪ ਸੱਚੇ ਪਾਤਸ਼ਾਹ। ਹਾਂਜੀ, ਇਤਨੇ ਮਹਿ ਮੇਹਾ ਤਹ ਆਇਓ। ਜਲ ਗਾਗਰ ਕੋ ਸੀਸ ਉਠਾਇਓ। ਉਹ ਮਾਤਾ ਜੀ ਨੇ ਗੱਲ ਦੱਸਣੀ ਸੀਗੀ, ਉਹਨੇ ਚਿਰ ਨੂੰ ਭਾਈ ਮੇਹਾਂ ਜੀ ਲੰਘ ਰਹੇ ਸੀਗੇ ਜੀ। ਸਿਰ ਤੇ ਗਾਗਰ ਰੱਖੀ ਲੰਘ ਰਹੇ ਸਨ। ਹਾਂਜੀ, ਦੇਖ ਨਾਨਕੀ ਮਾਤ ਬਖਾਨਾ। ਮਾਤਾ ਨਾਨਕੀ ਜੀ ਨੇ ਗੱਲ ਸ਼ੁਰੂ ਕੀਤੀ। ਮਾਂ ਹੁੰਦੀ ਜੇ। ਆਖੋ ਵਾਹਿਗੁਰੂ ਵਾਹਿਗੁਰੂ। ਮਾਂ ਸਿੱਖਾਂ ਦੀ ਵੀ ਮਾਤਾ, ਤੇ ਮਾਤਾ ਗੁਰੂ ਤੇਗ ਬਹਾਦਰ ਜੀ ਦੀ ਵੀ ਮਾਤਾ ਹੈ ਜੀ। ਹਾਂਜੀ, ਹੇ ਸੁਤ ਇਸ ਕੀ ਸੇਵ ਮਹਾਨਾ। ਹੁਣ ਗੁਰੂ ਅਰਜਨ ਸਾਹਿਬ ਜੀ ਦੇ ਨੌ ਨੇ ਜੀ। ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਨੇ। ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿਣ ਲੱਗੇ, ਪੁੱਤਰ ਇਹ ਮਾਤਾ ਨਾਨਕੀ ਜੀ ਕਹਿ ਸਕਦੇ, ਹੋਰ ਨਹੀਂ ਕੋਈ ਕਹਿ ਸਕਦਾ ਜੀ। ਪੁੱਤਰ ਆਹ ਜਿਹੜਾ ਸਿੱਖ ਲੰਘ ਰਿਹਾ, ਇਹਦੀ ਬੜੀ ਮਹਾਨ ਸੇਵਾ ਹੀ ਕਹਿਣ ਲੱਗੇ, ਬੜੀ ਵੱਡੀ ਸੇਵਾ ਹੀ ਇਹਦੀ। ਹਾਂਜੀ, ਹੇਰ ਕਾਲ ਮੈਂ ਅਚਰਜ ਹੋਈ। ਮੈਂ ਵੇਖ ਕੇ ਹੈਰਾਨ ਹੋ ਗਈ ਕਹਿਣ ਲੱਗੇ। ਹਾਂਜੀ, ਕਰਿਓ ਘਾਵ ਈਨੂ ਸਿਰ ਹਜੋਈ। ਇਹਦੇ ਸਿਰ 'ਚ ਜਿਹੜਾ ਇਨੂੰ ਰੱਖਿਆ ਨਾ, ਬਿੰਨੂ, ਉਹਦੇ ਨਾਲ ਜ਼ਖਮ ਹੋ ਗਿਆ ਇਹਦੇ ਸਿਰ 'ਚ। ਹਾਂਜੀ, ਮੁਝ ਦੇਖਤ ਸੋ ਜਬਹਿ ਉਤਾਰਾ। ਮੈਂ ਵੇਖ ਰਹੀ ਸਾਂ,
ਜਦੋਂ ਭਾਈ ਮੇਹੇ ਨੇ ਆਪਣੇ ਸਿਰ ਤੋਂ ਬਿੰਨੂ ਲਾਇਆ, ਹਾਂਜੀ, ਪਰੇ ਕਿਰਮ ਸਿਰ ਘਾਵ ਮਝਾਰਾ। ਤੇ ਸਿਰ ਵਿੱਚ ਜ਼ਖਮ ਹੋਇਆ ਸੀ ਤੇ ਕੀੜੇ ਪਏ ਹੋਏ ਸਨ। ਇਹਨੇ ਕਿਸੇ ਨੂੰ ਦੱਸਿਆ। ਸੰਗਤ ਜੀ, ਸੇਵਾ ਕਰ ਕਰਕੇ ਜਰਨ ਅਵਸਥਾ ਹੁੰਦੀ ਹੈ, ਬੰਦਾ ਪੜਚੋਲ ਕਰਦਾ ਰਹੇ ਜੀ, ਪੜਚੋਲ ਕਰਦਾ ਰਹੇ ਵੀ ਇੰਨੇ ਸਾਲ ਹੋ ਗਏ ਮੈਨੂੰ ਲੱਗੇ ਨੂੰ, ਕਿੰਨੀ ਕੁ ਗੱਲ ਬਣੀ ਮੇਰੀ ਜੀ। ਚਲੋ ਰੌਲਾ ਨਾ ਪਾਵੇ, ਨਾ ਰੌਲਾ ਪਾਵੇ, ਨਾ ਦੱਸੇ ਕਿਸੇ ਨੂੰ, ਪੜਚੋਲ ਤੇ ਕਰੇ। ਹਾਂਜੀ, ਬੱਚਾ ਪੜ੍ਹਾਈ ਕਰਦਾ ਹੈ, ਸਾਲ ਬਾਅਦ ਉਹ ਵੀ ਅਗਲੀ ਜਮਾਤ 'ਚ ਜਾਂਦਾ ਹੈ। ਇੱਥੇ ਬੰਦਾ ਸਾਰੀ ਉਮਰ ਹੀ ਉਹ ਗੱਲਾਂ ਨਹੀਂ, ਕਾਮ ਕ੍ਰੋਧ ਲੋਭ ਮੋਹ ਹੰਕਾਰ 'ਚ ਫਸਿਆ, ਛੁੱਟਦਾ ਹੀ ਨਹੀਂ ਜੀ। ਪੜਚੋਲ ਕਰੇ ਵੀ ਮੇਰੀ ਕਿੱਥੋਂ ਤੱਕ ਅਵਸਥਾ ਗਈ, ਮੈਂ ਕਿੰਨਾ ਕੁ ਅੱਗੇ ਹੋਇਆ, ਕਿੰਨੀ ਕੁ ਮੇਰੇ ਤੇ ਮਿਹਰ ਹੋਈ, ਕਿੰਨੀ ਕੁ ਮੇਰੀ ਜਰਨ ਅਵਸਥਾ ਬਣੀ ਹੈ। ਹਾਂਜੀ, ਕੁਸ਼ਕ ਤਬਹਿ ਅਵਨੀ ਪਰ ਗਿਰੇ। ਪੁੱਤਰ ਜੀ, ਮੈਂ ਦੇਖ ਰਹੀ ਸਾਂ, ਮਹਾਰਾਜ ਗੱਲ ਸੁਣ ਰਹੇ ਧਿਆਨ ਨਾਲ। ਜਦੋਂ ਬਿੰਨੂ ਲਾਇਆ, ਸਿਰ ਚੋਂ ਕੀੜੇ ਡਿੱਗੇ। ਹਾਂਜੀ, ਇਨ ਉਚਾਏ ਸੋ ਸਿਰ ਪਰ ਧਰੇ। ਇਹਨੇ ਚੁੱਕ ਕੇ ਫਿਰ ਸਿਰ 'ਚ ਹੀ ਪਾ ਲਏ ਉਹ ਕੀੜੇ। ਹਾਂਜੀ, ਅਬ ਇਸਨੇ ਬਹੁ ਘਾਲੀ ਘਾਲ। ਹੁਣ ਇਹਨੇ ਬੜੀ ਘਾਲਣਾ ਘਾਲ ਲਈ ਹੈ, ਬੜੀ ਮਿਹਨਤ ਕਰ ਲਈ ਹੈ। ਘਾਲਣਾ ਘਾਲਿਆ ਕਰੋ, ਭਾਵੇਂ ਪਾਣੀ ਪਿਆਉਣ ਦੀ ਘਾਲਣਾ ਘਾਲੀ ਗਏ ਜੀ, ਚੌਰ ਸਾਹਿਬ ਦੀ ਘਾਲਣਾ ਘਾਲੀ ਗਏ ਜੀ, ਲੰਗਰ ਵਰਤਾਉਣ ਦੀ ਘਾਲਣਾ ਘਾਲੀ ਗਏ। ਮਿਹਨਤ ਕਰੇ ਬੰਦਾ, ਸੇਵਾ ਕਰੇ ਜੀ, ਗੁਰੂ ਘਰ 'ਚ ਘਾਲਣਾ ਘਾਲੀ ਕੰਮ ਆਏਗੀ ਇੱਕ ਦਿਨ ਜੀ, ਕੰਮ ਆਏਗੀ। ਹਾਂਜੀ, ਰਹਿਓ ਆਪ ਕੇ ਸੰਗ ਵਿਸਾਲ। ਮਹਾਰਾਜ ਸੱਚੇ ਪਾਤਸ਼ਾਹ, ਪੁੱਤਰ ਜੀ, ਇਹ ਸਿੱਖ ਕਦੋਂ ਦਾ ਤੁਹਾਡੇ ਨਾਲ ਹੈ। ਹਾਂਜੀ, ਕਬਹੂ ਕਿਸ ਕੋ ਨਹੀਂ ਜਨਾਈ। ਪਰ ਕਦੀ ਇਹਨੇ ਕਦੀ ਕਿਸੇ ਨਾਲ ਗੱਲ ਨਹੀਂ ਕੀਤੀ ਜੀ, ਰੌਲਾ ਨਹੀਂ ਪਾਇਆ, ਬੜਾ ਗੁਪਤ ਰਹਿੰਦਾ ਹੈ। ਹਾਂਜੀ, ਤੂਸ਼ਨ ਧਾਰੇ ਸੇਵ ਕਮਾਈ। ਚੁੱਪ ਰਹਿ ਕੇ ਸੇਵਾ ਕੀਤੀ, ਚੁੱਪ ਰਹਿ ਕੇ, ਰੌਲਾ ਨਹੀਂ ਪਾਇਆ। ਖਾਨ ਪਾਨ ਕੋ ਸਵਾਦ ਨਾ ਲੀਨਾ। ਕੋਈ ਖਾਣ ਪੀਣ ਦਾ ਵੀ ਸਵਾਦ ਨਹੀਂ ਚਾਹੇਗਾ, ਵਾਹਿਗੁਰੂ ਬਖਸ਼ ਲਵੇ, ਜੀਭ ਬੜੇ ਸਵਾਦ ਮੰਗਦੀ ਜੀ। ਨਿੱਕਾ ਜਿਹਾ ਮਾਸ ਦਾ ਟੁਕੜਾ ਰੱਜਦੀ ਨਹੀਂ ਹੈਗੀ ਜੀ। ਹਾਂਜੀ, ਨਿਸ ਦਿਨ ਪ੍ਰੇਮ ਸੇਵ ਕੋ ਭੀਨਾ। ਹਾਂਜੀ, ਅਬ ਕਿਰਪਾਲ ਹੋਇ ਕਰੋ ਨਿਹਾਲ। ਪੁੱਤਰ ਜੀ, ਹੁਣ ਇਹਦੇ ਤੇ ਦਇਆ ਕਰੋ, ਮਿਹਰ ਕਰੋ ਤੇ ਭਾਈ ਮੇਹੇ ਨੂੰ ਨਿਹਾਲ ਕਰ ਦਿਓ। ਹਾਂਜੀ, ਪੜ੍ਹ ਦੋ। ਜੋ ਬਾਂਸ਼ਤ ਸੋ ਦੇਹੋ ਵਿਸਾਲ। ਜੋ ਇਹਦੀ ਮੰਗ ਹੈ ਨਾ ਉਹ ਦੇ ਦਿਓ, ਤੇ ਭਾਈ ਮੇਹੇ ਦੀ ਮੰਗ ਹੀ ਕੋਈ ਨਹੀਂ ਹੈਗੀ ਜੀ। ਹਾਂਜੀ, ਮਾਤ ਨਾਨਕੀ ਤੇ ਸੁਨ ਬੈਨ। ਕਰੁਣਾ ਭਰੇ ਰਸੀਲੇ ਨੈਣ। ਮਾਤਾ ਨਾਨਕੀ ਜੀ ਦੇ ਕੋਲੋਂ ਬਚਨ ਸੁਣੇ ਮਹਾਰਾਜ ਨੇ, ਮਹਾਰਾਜ ਮਿਹਰ ਦੇ ਘਰ 'ਚ ਆ ਗਏ। ਹੁਣ ਮਾਤਾ ਜੀ ਨੇ ਸਿਫਾਰਿਸ਼ ਕੀਤੀ ਹੈ। ਹਾਂਜੀ, ਮਾਤਾ ਜੀ ਨੇ ਕੀ ਕੀਤਾ? ਸਿਫਾਰਿਸ਼ ਕੀਤੀ ਹੈ। ਮਾਂ ਦੀ ਸਿਫਾਰਿਸ਼ ਨੂੰ ਕੋਈ ਵੀ ਨਹੀਂ ਮੋੜਦਾ ਜੀ। ਭਾਈ ਮੇਹਾਂ ਜੀ ਵੈਸੇ ਹੀ ਯੋਗ ਨੇ ਜੀ, ਵੈਸੇ ਹੀ ਯੋਗ ਨੇ। ਮਹਾਰਾਜ ਬਖਸ਼ਿਸ਼ ਕਰਨਗੇ, ਮਿਹਰ ਕਰਨਗੇ। ਬੜੇ ਬੜੇ ਕੀਮਤੀ ਬਚਨ ਨੇ ਗੁਰੂ ਘਰ ਦੀ ਸੇਵਾ ਦੇ ਪ੍ਰਥਾਏ। ਕੱਲ ਨੂੰ ਆਪਾਂ ਰਹਿੰਦੀ ਸਾਖੀ ਸੁਣਾਂਗੇ ਜੀ। ਬਸ ਮੌਕਾ 'ਤੇ ਸੇਵਾ ਕਰਨ ਦਾ, ਮੌਕਾ 'ਤੇ ਸਿਮਰਨ ਕਰਨ ਦਾ। ਇਸ ਸਮੇਂ ਹਰ ਗੁਰੂ ਕਾ ਸਿੱਖ ਗੁਰੂ ਤੇਗ ਬਹਾਦਰ ਜੀ ਦੇ ਰੰਗ 'ਚ ਰੰਗਿਆ ਪਿਆ, ਗੁਰੂ ਜੀ ਦੇ ਗੁਣ ਗਾ ਰਿਹਾ, ਗੁਰੂ ਜੀ ਦੀ ਯਾਦ 'ਚ ਲੰਗਰ ਲਾ ਰਿਹਾ, ਸੇਵਾ ਕਰ ਰਿਹਾ। ਸਾਡੀ ਵੀ ਹਾਜ਼ਰੀ ਗਰੀਬਾਂ ਦੀ ਲੱਗ ਜਾਵੇ ਜੀ, ਸਾਡੀ ਵੀ ਹਾਜ਼ਰੀ ਲੱਗ ਜਾਵੇ। ਗੁਰੂ ਸਾਹਿਬ ਆਪ ਰੱਬ ਹਨ, ਆਪ ਪਰਮੇਸ਼ਰ ਹਨ, ਗੁਰੂ ਤੇਗ ਬਹਾਦਰ ਸਾਹਿਬ। ਆਓ ਪੰਕਤੀ ਪੜ੍ਹੋ, ਫਿਰ ਖਿਮਾ ਮੰਗੀਏ। ਸਤਿਗੁਰ ਦੇਓ ਗੁਰੂ ਤੇਗ ਬਹਾਦਰ ਸਾਹਿਬ। ਸਤਿਗੁਰ ਦੇਓ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਡਟ ਜੋ ਗੱਜ ਕੇ, ਜੋ ਅੰਮ੍ਰਿਤ ਬਚਨ, ਜੋ
ਐ ਗੱਜ ਕੇ ਹੁਣ ਨਹੀਂ ਬੋਲਣਾ, ਇਹਨਾਂ ਦਿਨਾਂ 'ਚ ਨਹੀਂ ਬੋਲਣਾ ਤੇ ਕਦੋਂ ਬੋਲਣਾ? ਸਤਿਗੁਰ ਦੇਓ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ। ਸਤਿਗੁਰ ਦੇਓ ਸਤਿਗੁਰ ਦੇਓ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਗੱਜ ਕੇ ਸਤਿਗੁਰ ਦੇਓ ਸਤਿਗੁਰ ਦੇਓ ਜੋ ਅੰਮ੍ਰਿਤ ਬਚਨ, ਜੋ ਅੰਮ੍ਰਿਤ ਬਚਨ। ਸਤਿਗੁਰ ਦੇਓ ਪਰਤਖ ਹਰ, ਸਤਿਗੁਰ ਦੇਓ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਭਾਵਨਾ ਰੱਖਣੀ, ਭਾਵਨਾ ਰੱਖਣੀ ਹੈ। ਗੁਰੂ ਸਾਹਿਬ ਆਪ ਰੱਬ ਨੇ, ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ। ਤੇ ਸੰਗਤ ਦੀ ਕੁਝ ਘੰਟਿਆਂ ਦੀ ਗੱਲ ਰਹਿ ਗਈ, ਗੁਰਪੁਰਬ ਆ ਜਾਣਾ ਜੀ। ਹਾਂਜੀ, ਬੜੇ ਦਿਨਾਂ ਤੋਂ, ਸਾਲਾਂ ਤੋਂ ਗੁਰਮੁਖਾਂ ਨੂੰ ਉਡੀਕ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲੇ ਦੀ ਜੀ। ਭਾਵੇਂ ਲੋਕਡਾਊਨ ਹੈ, ਬੰਦ ਹੈ, ਰੌਲਾ ਰੱਪਾ ਹੈ, ਫਿਰ ਵੀ ਚਾਹਤ ਹੈਗਾ ਨਾ ਜੀ ਅੰਦਰ ਜੀ। ਕੁਝ ਘੰਟੇ ਰਹਿ ਗਏ ਜੀ। ਮਹਾਰਾਜ ਜੀ ਦਾ ਮਹਾਨ ਦਿਨ ਆਏਗਾ, ਖੁਸ਼ੀਆਂ ਵਾਲਾ ਦਿਨ ਆਏਗਾ, ਬਰਕਤਾਂ ਵਾਲਾ ਦਿਨ ਆਏਗਾ, ਰਹਿਮਤਾਂ ਵਾਲਾ ਦਿਨ ਆਏਗਾ, ਤੇ ਗੁਰੂ ਜੀ ਦੀਆਂ ਖੁਸ਼ੀਆਂ ਲੈਣੀਆਂ ਜੀ ਆਪਾਂ। ਮਹਾਰਾਜ ਆਪ ਰੱਬ ਧਰਤੀ ਤੇ ਆਏ ਹੈ। ਸਤਿਗੁਰ ਦੇਓ ਪਰਤਖ ਹਰ, ਸਤਿਗੁਰ ਦੇਓ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਗਰੀਬ ਨਵਾਜ ਸਾਡੇ ਤੇ ਮਿਹਰਾਂ ਕਰਨ, ਕਿਰਪਾ ਕਰਨ, ਬਖਸ਼ਿਸ਼ਾਂ ਕਰਨ, ਦਇਆ ਕਰਨ। ਅਸੀਂ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਸੁਣਦੇ ਰਹੀਏ, ਮਹਾਰਾਜ ਜੀ ਦੀ ਬਾਣੀ ਸੁਣਦੇ ਰਹੀਏ। ਸਾਡਾ ਜੀਵਨ ਲੇਖੇ 'ਚ ਲੱਗ ਜਾਏ, ਜੀਵਨ ਸਫਲਾ ਹੋ ਜਾਏ। ਕੋਈ ਨਾ ਕੋਈ ਘਾਲਣਾ ਕਰ ਲਿਆ ਕਰ, ਕਥਾ ਸੁਣਨੀ ਵੀ ਘਾਲ 'ਚ, ਇਹ ਘਾਲਣਾ ਕਰ ਲਿਆ ਕਰੀਏ। ਮਹਾਰਾਜ ਸਾਡੇ ਤੇ ਰਹਿਮਤਾਂ ਕਰਨ, ਬਖਸ਼ਿਸ਼ਾਂ ਕਰਨ। ਬਹੁਤ ਬਹੁਤ ਆਪ ਜੀ ਨੂੰ ਗੁਰਪੁਰਬ ਦੀ ਵਧਾਈ ਹੋਵੇ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ। ਗੱਜ ਕੇ